ਹਾਂਜੀ ਜਿਹੜੀ ਆ ਫੋਲੋਇੰਗ ਵੀਡੀਓ ਆਉਣ ਲੱਗੀ ਆ, ਇਹ ਵੀਡੀਓ ਆਉਣ ਲੱਗੀ ਆ ਜੀ ਔਨ ਵੈਰੀ ਪੋਪੂਲਰ ਡਿਮਾਂਡ। ਹਰੇਕ ਬੰਦਾ ਪੁੱਛਦਾ ਵੀ ਹੈ ਨਾ, ਹੁਣ ਕੈਨੇਡਾ ਬਾਰੇ ਬਹੁਤ ਵੀਡੀਓਜ਼ ਨੇ, ਆਸਟ੍ਰੇਲੀਆ ਵਾਲੇ ਵੀ ਵੀਡੀਓਜ਼ ਨੇ, ਤੇ ਉੱਥੇ ਸਟੱਡੀ ਦਾ ਕੀ ਪ੍ਰੋਸੈਸ ਆ, ਕਿੱਦਾਂ ਆਪਾਂ ਜਾਈਦਾ। ਇਸ ਵੀਡੀਓ ਦੇ ਵਿੱਚ ਕੱਲੀ ਛੋਟੀ ਤੋਂ ਛੋਟੀ ਮਾਈਨਰ ਤੋਂ ਮਾਈਨਰ ਡਿਟੇਲ ਮੇਰੇ ਵੀਰ ਦਮਨ ਨੇ ਆਪਣਾ ਸ਼ੇਅਰ ਕੀਤੀ ਹੈ। ਤੇ ਤੁਸੀਂ ਪਲੀਜ਼ ਟਾਈਮ ਕੱਢ ਕੇ ਮੈਨੂੰ, ਤੁਸੀਂ ਆਲਰੇਡੀ ਸ਼ਾਇਦ ਇੰਨੀ ਲੰਮੀ ਵੀਡੀਓ ਵੇਖ ਕੇ ਤੁਹਾਨੂੰ ਹੋਣਾ ਵੀ ਆਪਾਂ ਸਕਿਪ ਕਰਕੇ ਨੈਕਸਟ ਵੀਡੀਓ 'ਤੇ ਚੱਲੀਏ, ਪਰ ਜੇਕਰ ਤੁਹਾਨੂੰ ਸੱਚੀ ਅਮਰੀਕਾ ਦੇ ਵੀਜ਼ੇ ਬਾਰੇ ਜਾਣਕਾਰੀ ਚਾਹੀਏ ਤਾਂ ਪਲੀਜ਼ ਪੂਰੀ ਵੀਡੀਓ ਦੇਖਿਓ। ਤੇ ਮੈਂ ਤੁਹਾਡਾ ਬਹੁਤਾ ਟਾਈਮ ਇੱਥੇ ਨਹੀਂ ਵੇਸਟ ਕਰਦਾ ਤੇ ਸਿੱਧਾ ਆਪਾਂ ਵੀਡੀਓ 'ਤੇ ਜਾਂਦੇ ਹਾਂ। ਨਾਲੇ ਇਹ ਵੀਰ ਉਹ ਨਾ ਵੀਡੀਓ ਇਕੱਲੇ ਉਹ ਵੀਰ ਨਾ ਸੋਚਿਓ ਵੀ ਜਿਨ੍ਹਾਂ ਨੇ ਸਟੱਡੀ ਵੀਜ਼ੇ 'ਤੇ ਅਮਰੀਕਾ ਆਉਣਾ ਵੀ ਉਹਨਾਂ ਲਈ ਹੈ। ਇਹ ਮੇਰੇ ਵੀਰ ਜਿਹੜੇ ਵੀਰ ਆਲਰੇਡੀ ਅਮਰੀਕਾ ਦੇ ਵਿੱਚ ਹੈਗੇ ਨੇ, ਤੇ ਕੁਝ ਉਹਨਾਂ ਦੇ ਰਿਸ਼ਤੇਦਾਰ ਨੇ, ਕਿਸੇ ਦਾ ਕਜ਼ਨ ਹੈ, ਕਿਸੇ ਦਾ ਭਾਣਜਾ ਵਾ, ਕਿਸੇ ਦਾ ਭਤੀਜਾ ਵਾ। ਜਿਹੜਾ ਤੁਸੀਂ ਇਹ ਵੀਡੀਓ ਦੇਖ ਕੇ ਡਿਸਾਈਡ ਕਰੋ ਤੁਹਾਨੂੰ ਲੱਗਦਾ ਜੇ ਉਹਦੇ ਵਿੱਚ ਇਹ ਕੈਪੇਬਿਲਿਟੀ ਹੈਗੀ ਹੈ, ਜਿਹੜੀ ਕੈਪੇਬਿਲਿਟੀ ਦੀਆਂ ਗੱਲਾਂ ਇਸ ਵੀਡੀਓ ਦੇ ਵਿੱਚ ਹੋਣਗੀਆਂ, ਤੇ ਫਿਰ ਤੁਸੀਂ ਉਹਨਾਂ ਨਾਲ ਵੀ ਇਹ ਚੀਜ਼ ਸ਼ੇਅਰ ਕਰ ਸਕਦੇ ਆ ਵੀ ਜੇ ਉਹ ਅਮਰੀਕਾ ਆਉਣੇ ਚਾਹੁੰਦੇ ਆ ਸਟੱਡੀ ਵੀਜ਼ੇ 'ਤੇ ਕੀ ਪ੍ਰੋਸੈਸ ਆ, ਤੇ ਪੱਕੇ ਹੋਣ ਦਾ ਬਾਅਦ 'ਚ ਕੀ ਜ਼ਰੀਆ ਵਾ। ਤੇ ਚਲੋ ਬਹੁਤਾ ਟਾਈਮ ਨਾ ਵੇਸਟ ਕਰੀਏ ਤੇ ਆਪਾਂ ਵੀਡੀਓ 'ਤੇ ਚੱਲਦੇ ਹਾਂ। ਹਾਂਜੀ, ਤੇ ਇੱਕ ਵਾਰੀ ਸਤਿ ਸ੍ਰੀ ਅਕਾਲ ਸਾਰਿਆਂ ਨੂੰ। ਤੇ ਆਪਣਾ ਗਗਨ ਵੀਰਾ ਆਪਣੇ ਨਾਲ ਜੁੜ ਗਿਆ ਵਾ, ਤੇ ਹੁਣ ਜਿਹੜੇ ਵੀ ਮੇਰੇ ਦਿਮਾਗ 'ਚ ਕੁਐਸਚਨ ਹੋਣਗੇ ਉਹ ਮੈਂ ਭਾਜੀ ਨੂੰ ਪੁੱਛੂੰਗਾ, ਤੇ ਭਾਜੀ ਆਪਣੇ ਐਕਸਪੀਰੀਅੰਸ ਮੁਤਾਬਕ ਉਹਦਾ ਜਵਾਬ ਦੇਣਗੇ। ਤੇ ਸਤਿ ਸ੍ਰੀ ਅਕਾਲ ਜੀ ਭਾਜੀ, ਪਹਿਲਾਂ ਸਾਰਿਆਂ ਤੋਂ ਪਹਿਲਾਂ। ਸਤਿ ਸ਼੍ਰੀ ਅਕਾਲ ਭਾਜੀ। ਸਤਿ ਸ਼੍ਰੀ ਅਕਾਲ ਜੀ। ਤੇ ਭਾਜੀ ਸਭ ਤੋਂ ਪਹਿਲਾਂ ਕੁਐਸਚਨ ਇਹੋ ਹੀ ਆ ਵੀ ਆਪਾਂ ਇੰਟਰੋ ਕਰ ਲੈਣੇ ਥੋੜੀ ਜੀ ਵੀ ਆਪਣਾ ਫੁੱਲ ਨਾਂ ਦੱਸੋ ਤੇ ਤੁਹਾਡਾ ਹੋਮ ਟਾਊਨ ਕੀ ਸੀ ਇੰਡੀਆ 'ਚ, ਤੇ ਤੁਸੀਂ ਇੰਡੀਆ 'ਚ ਕਿਹੜੀ ਸਟੱਡੀ ਕੀਤੀ? ਮੇਰਾ ਨਾਮ ਤੁਸੀਂ ਦੱਸ ਹੀ ਦਿੱਤਾ। ਚਲੋ, ਮੇਰਾ ਨਾਮ ਗਗਨਦੀਪ ਸਿੰਘ ਹੈ। ਮੈਂ ਬੇਸਿਕਲੀ ਨਕੋਦਰ ਸਿਟੀ ਹੈਗੀ ਆ, ਡਿਸਟ੍ਰਿਕਟ ਜਲੰਧਰ ਪੈਂਦੀ ਆ। ਮੈਂ ਨਕੋਦਰ ਤੋਂ ਬਿਲੋਂਗ ਕਰਦਾ। ਮੈਂ ਆਪਣੀ ਜਿਹੜੀ 12th ਗ੍ਰੇਡ ਤੱਕ ਮੈਂ ਨਕੋਦਰ ਪੜ੍ਹਿਆ। ਫਿਰ ਮੈਂ ਆਪਣੀ ਗ੍ਰੈਜੂਏਸ਼ਨ ਫਗਵਾੜੇ ਪੜ੍ਹਿਆ ਥੋੜ੍ਹੀ ਦੇਰ। ਫਿਰ ਮੈਂ ਚੰਡੀਗੜ੍ਹ ਵੀ ਪੜ੍ਹਿਆ। ਮੈਨੂੰ ਉਸ ਤੋਂ ਬਾਅਦ US ਆ ਕੇ ਪੜ੍ਹਿਆ। ਤੇ ਤੁਹਾਡੀ ਫੀਲਡ ਆਫ ਸਟੱਡੀ ਕਿਹੜੀ ਸੀ ਇੰਡੀਆ? ਮੇਰੀ ਫੀਲਡ ਜਿਹੜੀ ਸੀਗੀ ਸਟੱਡੀ ਉਹ IT ਦੀ ਸੀ, ਕੰਪਿਊਟਰ ਸਾਇੰਸ ਦੀ ਸੀਗੀ ਸਾਰੀ। ਮੈਂ ਥੋੜ੍ਹੀ ਦੇਰ ਜੌਬ ਵੀ ਕੀਤੀ ਚੰਡੀਗੜ੍ਹ, ਉਹ ਵੀ ਇਹਦੇ ਨਾਲ ਰਿਲੇਟਡ ਹੀ ਸੀਗੀ। ਅੱਛਾ, ਉਹ ਵੀ IT ਫੀਲਡ ਹੀ ਸੀਗੀ? IT ਫੀਲਡ ਦੇ ਵਿੱਚ ਹੀ ਸੀ। ਤੇ ਹੁਣ ਕਿਹੜੇ ਈਅਰ ਦੇ ਵਿੱਚ ਤੁਸੀਂ ਆਏ USA? ਮੈਂ ਭਾਜੀ US ਆਇਆ 2015 ਦੇ ਵਿੱਚ। ਕੈਲੀਫੋਰਨੀਆ ਆਇਆ ਸੀਗਾ ਮੈਂ ਇੱਥੇ। ਮੇਰੀ ਪੋਰਟ ਆਫ ਐਂਟਰੀ ਸੈਨ ਫਰਾਂਸਿਸਕੋ ਸੀਗੀ, ਤੇ ਮੈਂ ਇੱਥੇ ਆ ਕੇ ਸੈਨ ਹੋਜ਼ੇ ਉੱਥੇ ਯੂਨੀਵਰਸਿਟੀ ਹੈਗੀ ਇੱਕ, ਮੈਂ ਉੱਥੇ ਪੜ੍ਹਿਆ ਸੀਗਾ। ਠੀਕ ਹੈ ਭਾਈ। ਤੇ ਤੁਹਾਨੂੰ ਭਾਜੀ ਇਹ ਕਿੱਦਾਂ, ਹੁਣ ਜਿੱਦਾਂ ਬਹੁਤੇ ਜਾਣੇ ਤੇ ਹੁਣ ਇੰਡੀਆ ਤੋਂ ਆਪਾਂ ਨੂੰ, ਜਦੋਂ ਆਪਾਂ ਪਹਿਲਾਂ ਆਸਟ੍ਰੇਲੀਆ ਸੀਗਾ ਜਾਂ ਨਿਊਜ਼ੀਲੈਂਡ ਸੀਗਾ, ਹੁਣ ਸਾਰਿਆਂ ਦਾ ਝੁਕਾਵ ਜਦੋਂ ਆਪਾਂ ਸਟੱਡੀ ਵੀਜ਼ੇ ਦੀ ਗੱਲ ਕਰਦੇ ਆ ਤੇ ਸਾਰੇ ਜਾਣੇ ਕੈਨੇਡਾ ਦੀ ਗੱਲ ਕਰਦੇ ਆ ਵੀ ਆਪਾਂ ਕੈਨੇਡਾ ਨੂੰ ਫਾਈਲ ਲੈ। ਤੁਸੀਂ ਵੀ ਕਦੀ ਕੈਨੇਡਾ ਦਾ ਟਰਾਈ ਕੀਤਾ ਸੀ, ਜਾਂ ਤੁਹਾਡੇ 'ਚ ਦਿਮਾਗ 'ਚ ਅਮਰੀਕਾ ਕਿੱਦਾਂ ਆ ਗਿਆ ਵੀ ਅਮਰੀਕਾ ਵੀ ਜਾ ਸਕਦੇ ਆਪਾਂ? ਮੈਂ ਭਾਜੀ ਇੱਦਾਂ ਹੀ ਸੀਗਾ। ਮੈਂ ਵੀ ਕੈਨੇਡਾ ਲਈ ਅਪਲਾਈ ਮਤਲਬ ਟਰਾਈ ਕਰਦਾ ਸੀਗਾ, ਆਸਟ੍ਰੇਲੀਆ ਲਈ ਕਰਦਾ ਸੀ, ਨਿਊਜ਼ੀਲੈਂਡ ਲਈ। ਮਤਲਬ ਉਦੋਂ ਇਹ ਹੁੰਦਾ ਸੀਗਾ ਕਿ ਹਾਂ ਵੀ ਜਦੋਂ ਤੁਸੀਂ ਕੰਮ ਕਰਦੇ ਨਾ, ਨਾਲੇ ਤੁਹਾਨੂੰ ਜਦੋਂ ਕੰਮ ਕਰਨ ਦੀ ਆਦਤ ਪੈ ਜਾਂਦੀ, ਹੁੰਦਾ ਕਿ ਹਾਂ ਵੀ ਹੋਰ ਵਧੀਆ ਨਾ ਤਰੀਕੇ ਦੇ ਨਾਲ ਕੰਮ ਕਰੀਏ, ਵਧੀਆ ਪੈਸੇ ਕਮਾਈਏ। ਮੈਂ ਵੀ ਏਦਾਂ ਹੀ ਭੱਜ ਦੌੜ 'ਚ ਲੱਗਾ ਹੋਇਆ ਸੀਗਾ। ਠੀਕ ਹੈ। ਹਾਂਜੀ। ਤੇ ਫਿਰ ਅਮਰੀਕਾ ਕਿੱਦਾਂ ਤੁਸੀਂ ਚੂਜ਼ ਕੀਤਾ? ਇਹ ਅਮਰੀਕਾ ਭਾਜੀ ਜਦੋਂ ਮੈਂ ਕੰਮ ਕਰਦਾ ਸੀਗਾ ਚੰਡੀਗੜ੍ਹ, ਹੈ ਨਾ, ਇੱਕ IT ਕੰਪਨੀ 'ਚ ਕੰਮ ਕਰਦਾ ਸੀਗਾ। ਉੱਥੇ ਸਾਡੇ ਜਿਹੜੇ ਕਲਾਇੰਟ ਹੁੰਦੇ ਸੀਗੇ ਉਹ US ਤੋਂ ਸੀਗੇ ਸਾਰੇ। ਕੁਦਰਤੀ ਜਿਹੜਾ ਮੂਹਰੇ ਇੱਕ ਕਲਾਇੰਟ ਸੀਗਾ ਉਹ ਪੰਜਾਬੀ ਸੀਗਾ। ਸਾਡੀ ਅਕਸਰ ਉਦਾਂ ਗੱਲ ਹੁੰਦੀ ਸੀ, ਹੁੰਦੀ ਇੰਗਲਿਸ਼ ਸੀਗੀ, ਪਰ ਅਚਾਨਕ ਪਤਾ ਲੱਗਾ ਕਿ ਐਵੇਂ ਪੰਜਾਬੀ ਆ। ਅੱਛਾ ਜੀ। ਫਿਰ ਅਸੀਂ ਜਦੋਂ ਗੱਲ ਕੀਤੀ ਤੇ ਉਹਨੂੰ ਮੈਂ ਪੁੱਛਿਆ, ਕਿਉਂਕਿ ਮੈਂ ਪਹਿਲਾਂ ਇਹੀ ਪੁੱਛਦਾ ਸੀਗਾ ਕਿ ਹਾਂ ਵੀ ਮੈਂ ਇੱਥੇ ਵਰਕ ਵੀਜ਼ੇ ਤੇ ਕਿੱਦਾਂ ਆ ਸਕਦਾ। ਉਹਨੇ ਮੈਨੂੰ ਇੱਕ ਸਲਾਹ ਦਿੱਤੀ ਕਿ ਨਾ, ਵਰਕ ਵੀਜ਼ੇ ਤੇ ਆਉਣ ਦੀ ਬਜਾਏ ਅਗਰ ਤੁਸੀਂ ਹੋਰ ਕੁਝ ਪੜ੍ਹਨਾ ਚਾਹੁੰਦੇ ਜਾਂ ਕੁਝ ਕਰਨਾ ਚਾਹੁੰਦੇ ਦੈਨ ਤੁਸੀਂ ਗੋ ਵਿਦ ਸਟੂਡੈਂਟ ਵੀਜ਼ਾ। ਉਹ ਤੋਂ ਜਸਟ ਮੈਨੂੰ ਇੱਕ ਕਲੂ ਜਿਹਾ ਮਿਲ ਗਿਆ ਸੀਗਾ ਕਿ ਹਾਂ ਵੀ ਮੈਂ US ਲਈ ਵੀ ਟਰਾਈ ਕਰ ਸਕਦਾ। ਤੇ ਜਿੱਦਾਂ ਭਾਜੀ ਹੁਣ ਕੈਨੇਡਾ ਜਾਣ ਦੀ, ਜੇ ਕੈਨੇਡਾ ਜਿਹੜਾ ਸਟੱਡੀ ਵੀਜ਼ਾ ਉਹਦੇ ਲਈ ਆਈਲੈਟਸ ਕਰਨੀ ਪੈਂਦੀ ਹੈ, ਤੇ US ਵੀਜ਼ੇ ਵਾਸਤੇ ਵੀ ਕੋਈ ਇਦਾਂ ਰਿਕੁਆਇਰਮੈਂਟ ਸੀ ਸਟੱਡੀ ਵੀਜ਼ੇ ਵਾਸਤੇ? ਆਇਲਸ ਦੀ ਜਾਂ ਟੋਫਲ ਦੀ ਰਿਕੁਆਇਰਮੈਂਟ ਡਿਪੈਂਡ ਕਰਦਾ ਤੁਸੀਂ ਕਿਹੜੀ ਯੂਨੀਵਰਸਿਟੀ 'ਚ ਅਪਲਾਈ ਕਰ ਰਹੇ ਹੋ। ਉਹਦੇ ਵਾਸਤੇ ਮੈਂ ਆਇਲਸ ਦੇ ਉੱਤੇ ਆਇਆ। ਠੀਕ ਹੈ। ਬਹੁਤ ਜਣਿਆਂ ਨੂੰ ਭੁਲੇਖਾ ਹੈ ਕਿ ਹਾਂ ਵੀ ਟੋਫਲ ਵਿੱਚ ਹੀ US 'ਚ ਆਉਂਦਾ। ਨਹੀਂ, ਇਦਾਂ ਨਹੀਂ ਹੈਗਾ। ਨਾ ਤਾਂ ਬੰਦਾ ਇੱਥੇ ਇਕੱਲਾ ਟੋਫਲ 'ਚ ਆਉਂਦਾ, ਤੁਸੀਂ ਆਇਲਸ ਤੇ ਵੀ ਆ ਸਕਦੇ ਆ। ਸਟੱਡੀ ਦਾ ਗੈਪ ਦਾ ਕੋਈ ਚੱਕਰ ਨਹੀਂ ਹੁੰਦਾ। ਤੇ ਮੈਂ ਹੁਣ ਮੇਰੀ ਜਿਹੜੀ ਗ੍ਰੈਜੂਏਸ਼ਨ 2011 'ਚ ਖਤਮ ਹੋ ਗਈ ਸੀਗੀ। ਠੀਕ ਹੈ। ਤੇ ਮੈਂ ਇੱਥੇ 2015 'ਚ ਆਇਆ।
ਠੀਕ ਹੈ ਜੀ। ਓਕੇ ਉਹ ਓਕੇ 3 ਜਾਂ 4 ਸਾਲ ਦਾ ਗੈਪ ਉਹ ਕੋਈ ਮੈਟਰ ਨਹੀਂ ਕਰਦਾ। ਔਰ ਜੇ ਤੁਹਾਡਾ ਕਿਤੇ ਵੀ ਨਹੀਂ ਪਾਸਪੋਰਟ ਲੱਗਾ ਤਾਂ ਵੀ ਉਹ ਕੋਈ ਮੈਟਰ ਨਹੀਂ ਕਰਦਾ। ਮੇਰਾ ਜਿਹੜਾ ਫਰਸਟ ਵੀਜ਼ਾ ਸੀਗਾ ਉਹ US ਦਾ ਲੱਗਾ। ਤੇ ਤੁਸੀਂ ਫਿਰ ਆਪਣਾ, ਪਰ ਇਹਨਾਂ ਦੀ ਕੋਈ ਰਿਕੁਆਇਰਮੈਂਟ ਹੈਗੀ ਆ ਵੀ ਤੁਹਾਡੇ ਸਰਟਨ ਨੰਬਰਸ ਹੋਣੇ ਚਾਹੀਦੇ ਆ 12th ਚੋਂ ਜਾਂ ਗ੍ਰੈਜੂਏਸ਼ਨ ਚੋਂ? ਹਾਂਜੀ ਇੱਦਾਂ ਹੈਗੀ ਭਾਜੀ ਰਿਕੁਆਇਰਮੈਂਟ, ਤੇ ਉਹ ਡਿਪੈਂਡ ਕਰਦਾ ਕਿ ਤੁਸੀਂ ਕਿਸ ਯੂਨੀਵਰਸਿਟੀ ਲਈ ਕਰ ਰਹੇ ਹੋ ਤੇ ਉਹਨਾਂ ਦੀਆਂ ਰਿਕੁਆਇਰਮੈਂਟਸ ਤੇ ਤੁਸੀਂ ਮੈਚ ਹੁੰਨੇ ਆ ਜਾਂ ਉਹਨਾਂ ਦੀਆਂ ਰਿਕੁਆਇਰਮੈਂਟਸ ਨੂੰ ਤੁਸੀਂ ਬੀਟ ਕਰਦੇ ਆ ਕਿ ਨਹੀਂ। ਹੁਣ ਜਿੱਦਾਂ ਠੀਕ ਹੈ ਤੁਹਾਨੂੰ ਐਟਲੀਸਟ 70 80 ਜਾਂ 85% ਤੁਹਾਨੂੰ ਗ੍ਰੈਜੂਏਸ਼ਨ ਪਾਸ ਆਊਟ ਹੋਣੇ ਚਾਹੀਦੇ ਤੁਸੀਂ। ਠੀਕ ਹੈ। ਤੇ ਤੇ ਫਿਰ ਹਾਂਜੀ ਤੁਸੀਂ ਕਰੋ ਕੰਟੀਨਿਊ। ਨਹੀਂ ਕੋਈ ਨਾ ਕਰੋ। ਫਿਰ ਮੇਰਾ ਨੈਕਸਟ ਕੁਐਸਚਨ ਇਹ ਹੁੰਦਾ ਵੀ ਜਿਹੜਾ ਤੁਸੀਂ ਯੂਨੀਵਰਸਿਟੀ ਪਿਕ ਕਿੱਦਾਂ ਕਰਨੀ ਆ ਤੇ ਅਪਲਾਈ ਕਿੱਦਾਂ ਕੀਤਾ? ਆਨਲਾਈਨ ਹੀ ਹੋਇਆ ਸਭ ਕੁਝ ਕਿੱਦਾਂ? ਹਾਂਜੀ ਇਹ ਸਾਰਾ ਹੀ ਆਨਲਾਈਨ ਆ। US ਦੇ ਵੀਜ਼ੇ ਲਈ ਜਿੰਨੀ ਵੀ ਇਨਫੋਰਮੇਸ਼ਨ ਹੈਗੀ ਆ ਜੀ US ਐਮਬੈਸੀ ਦੀ ਸਾਈਟ ਤੇ ਸਾਰੀ ਇਨਫੋਰਮੇਸ਼ਨ ਹੈਗੀ ਆ। ਤੁਸੀਂ US ਲਈ ਵੀਜ਼ਾ ਅਪਲਾਈ ਕਰਨਾ ਹੈ ਐਜ਼ ਅ ਸਟੂਡੈਂਟ, ਉਹਦੇ ਸਟੈਪ ਬਾਏ ਸਟੈਪ ਸਾਰੀ ਉਹਨਾਂ ਨੇ ਇਨਫੋਰਮੇਸ਼ਨ ਉੱਥੇ ਦੱਸੀ ਹੋਈ ਆ। ਤੁਸੀਂ ਕਿੱਦਾਂ ਠੀਕ ਹੈ। ਚੂਜ਼ ਕਰਨੀ ਆਪਣੀ ਯੂਨੀਵਰਸਿਟੀ, ਕਿੱਦਾਂ ਤੁਸੀਂ ਅਪਲਾਈ ਕਰਨਾ, ਉਹਦੇ ਵਿੱਚ ਸਾਰਾ ਕੁਝ ਲਿਖਿਆ ਹੋਇਆ। ਤੇ ਉਸ ਤੋਂ ਪਹਿਲਾਂ ਜਿਹੜੀ ਹੈਗੀ ਆ F1 ਇੱਕ ਜਿਹੜੀ ਕੈਟੇਗਰੀ ਹੈ ਵੀਜ਼ਾ ਕੈਟੇਗਰੀ ਹੈ ਜਿਹੜੀ ਸਟੂਡੈਂਟ ਸਟੂਡੈਂਟਸ ਵੀਜ਼ਾ। ਲਈ ਆ। ਇੱਕ ਠੀਕ ਹੈਗੀ ਹੈ J ਔਰ ਇੱਕ ਹੈਗੀ M। ਠੀਕ ਹੈ ਜਿਹੜੀ ਜੀ। F1 ਆ ਤੁਸੀਂ ਗ੍ਰੈਜੂਏਸ਼ਨ ਕਰਨ ਲਈ ਜਾਂ ਮਾਸਟਰਸ ਕਰਨ ਲਈ ਆ ਸਕਦੇ ਆ ਇੱਥੇ। ਜਿਹੜੀ ਠੀਕ ਹੈ M ਹੈਗੀ ਆ ਉਹ ਸਰਟਨ ਜਿਹੜੀ ਤੁਸੀਂ ਪਾਰਟਿਕੂਲਰ ਕਿਸੇ ਚੀਜ਼ ਵਿੱਚ ਤੁਸੀਂ ਟ੍ਰੇਨਿੰਗ ਲੈਣੀ ਆ, ਮੰਨ ਲਓ ਹਸਪੀਟਲ ਦੇ ਰਿਗਾਰਡਿੰਗ, ਮੈਡੀਕਲ ਦੇ ਰਿਗਾਰਡਿੰਗ ਜਿਹੜੀ ਤੁਸੀਂ ਕੋਈ ਟ੍ਰੇਨਿੰਗ ਲੈਣੀ ਆ, ਉਹਦੇ ਵਾਸਤੇ M1 ਤੁਹਾਨੂੰ ਅਪਲਾਈ ਕਰਨਾ ਪੈਂਦਾ। ਔਰ ਜੇ ਤੁਸੀਂ ਇੱਥੇ ਸਕਾਲਰਸ਼ਿਪ ਲਈ ਆ ਰਹੇ ਹੋ ਉਹਦੇ ਵਾਸਤੇ ਤੁਹਾਨੂੰ J1 ਕਰਨਾ ਪੈਂਦਾ। ਤੇ ਠੀਕ ਹੈ। ਉਹ ਇਹ ਸਾਰੀਆਂ ਕੈਟੇਗਰੀ ਜਿਹੜੀਆਂ ਸਟੱਡੀ ਦੇ ਰਿਲੇਟਿਡ ਆ। F1 ਐਂਡ F2 ਜਿਹੜੀ ਹੁੰਦੀ ਆ ਉਹਦੇ ਵਿੱਚ ਤੁਸੀਂ ਹਸਬੈਂਡ ਵਾਈਫ ਆ ਸਕਦੇ ਆ ਅੱਜ। ਉਹ ਠੀਕ ਹੈ, ਵਧੀਆ ਤੁਹਾਡਾ ਹਾਂਜੀ ਸਪਾਊਸ ਆ ਸਕਦਾ। ਹਾਂਜੀ ਸਪਾਊਸ ਆ, ਪਰ ਉਹਦੇ ਵਾਸਤੇ ਮਤਲਬ ਤੁਹਾਨੂੰ ਪੇਪਰ ਡਿਟੇਲ ਜਿਹੜੀ ਬਹੁਤ ਸੋਲਿਡ ਚਾਹੀਦੀ ਹੈ। ਓਕੇ ਓਕੇ। ਤੇ ਇਹ ਤੁਸੀਂ ਪੇਪਰ ਕੰਪਲੀਟ ਕਰਕੇ ਤੇ ਬਾਅਦ ਚ ਜਿਹੜਾ ਇੰਟਰਵਿਊ ਵਗੈਰਾ ਸਕੈਜੂਲ ਉਹ ਸਭ ਕੁਝ ਆਨਲਾਈਨ ਹੁੰਦਾ ਐਮਬੈਸੀ ਦੇ ਨਾਲ? ਹਾਂਜੀ ਸਾਰਾ ਕੁਝ ਜੀ ਆਨਲਾਈਨ ਹੁੰਦਾ ਇਹ। ਸਭ ਨੂੰ ਪਹਿਲਾਂ ਤਾਂ ਜਦੋਂ ਤੁਸੀਂ ਆਪਣਾ ਪਲੈਨਿੰਗ ਕਰਦੇ ਆ ਕਿ ਤੁਸੀਂ US 'ਚ ਕਿੱਥੇ ਪੜ੍ਹਨ ਆਉਣਾ ਹਾਂਜੀ। ਔਰ ਕਿਹੜੀ ਯੂਨੀਵਰਸਿਟੀ 'ਚ ਪੜ੍ਹਨਾ ਆ, ਹਨਾ, ਇਹਦੇ ਬਾਰੇ ਤਾਂ ਤੁਹਾਨੂੰ ਦੱਸਿਆ ਹੀ ਹੈ ਕਿ ਮੈਂ ਉੱਥੇ ਜਿਹੜੀ US ਐਮਬੈਸੀ ਦੀ ਸਾਈਟ ਤੇ ਤੁਹਾਨੂੰ ਸਾਰੀ ਇਨਫੋਰਮੇਸ਼ਨ ਮਿਲ ਜਾਣੀ ਆ। ਦੈਨ ਤੁਸੀਂ ਯੂਨੀਵਰਸਿਟੀ ਚੂਜ਼ ਕਰਕੇ ਜਿਹੜੀ ਵੀ ਯੂਨੀਵਰਸਿਟੀ 'ਚ ਆਉਣਾ ਚਾਹੁੰਦੇ ਹੋ ਉਹਨਾਂ ਨੂੰ ਦੇਖ ਲਓ ਕਿ ਇਹ ਜਿਹੜੀ ਵੀ ਯੂਨੀਵਰਸਿਟੀ ਤੁਸੀਂ ਚੂਜ਼ ਕਰਨੀ ਹੈ, ਇੱਕ ਗੱਲ ਦਾ ਖਿਆਲ ਰੱਖਿਓ ਕਿ SEVP ਪ੍ਰੋਗਰਾਮ ਦੇ ਅੰਦਰ ਆਉਂਦੀ ਹੋਵੇ, ਸਟੂਡੈਂਟ ਵਿਜ਼ਟਰ ਐਕਸਚੇਂਜ ਪ੍ਰੋਗਰਾਮ ਦੇ ਅੰਡਰ ਆਉਂਦੀ ਹੋਵੇ। ਇਹ ਜ਼ਰੂਰੀ ਆ ਕਿਉਂਕਿ ਜਿਹੜੀਆਂ ਇਸ ਪ੍ਰੋਗਰਾਮ ਤੋਂ ਅਪਰੂਵਡ ਯੂਨੀਵਰਸਿਟੀਆਂ ਤੁਸੀਂ ਉਹਨਾਂ ਵਿੱਚ ਹੀ ਅਪਲਾਈ ਕਰ ਸਕਦੇ ਹੋ। ਤੁਸੀਂ ਡਾਇਰੈਕਟ ਉਹਨਾਂ ਨਾਲ ਗੱਲ ਕਰ ਸਕਦੇ ਆ, ਉਹਨਾਂ ਨਾਲ ਕਾਲ ਤੇ ਗੱਲ ਕਰ ਸਕਦੇ ਆ, ਜ਼ੂਮ ਤੇ ਗੱਲ ਕਰ ਸਕਦੇ ਆ, ਈਮੇਲ ਥਰੂ ਗੱਲ ਕਰ ਸਕਦੇ ਆ। ਜਿਹੜੀ ਵੀ ਉਹਨਾਂ ਨੂੰ ਪੇਪਰ ਵਰਕ ਚਾਹੀਦਾ ਆ ਉਹਨਾਂ ਨੇ ਤੁਹਾਨੂੰ ਦੱਸੀ ਜਾਣਾ, ਤੁਸੀਂ ਉਹ ਦੇਣੇ ਆ। ਉਹਦੇ ਵਿੱਚ ਤੁਹਾਨੂੰ ਜਿਹੜੇ ਪੇਪਰ ਵਰਕ ਚਾਹੀਦੇ ਹੁੰਦੇ ਆ ਤੁਹਾਡੇ ਗ੍ਰੈਜੂਏਸ਼ਨ ਦੇ ਸਰਟੀਫਿਕੇਟ, ਆਇਲਸ ਕੀਤੀ ਆ, ਅਗਰ ਯੂਨੀਵਰਸਿਟੀ ਕਹਿੰਦੀ ਹੈ ਕਿ ਹਾਂ ਵੀ ਤੁਸੀਂ ਆਇਲਸ ਤੇ ਆ ਸਕਦੇ ਆ, ਆਇਲਸ ਦਾ ਸਰਟੀਫਿਕੇਟ। ਦੈਨ ਤੁਹਾਨੂੰ ਜਿਹੜੀ ਟ੍ਰਾਂਸਕ੍ਰਿਪਟ ਤੁਹਾਡੀਆਂ ਹੈਗੀਆਂ ਗ੍ਰੈਜੂਏਸ਼ਨ ਦੀਆਂ ਉਹਨਾਂ ਨੂੰ ਤੁਸੀਂ ਕਨਵਰਟ ਕਰਾਉਣਾ ਹੁੰਦਾ ਹੈ US ਦੇ ਨੰਬਰਾਂ ਦੇ ਹਿਸਾਬ ਨਾਲ, ਕਿਉਂਕਿ ਇੱਥੇ ਗ੍ਰੇਡਿੰਗ ਸਿਸਟਮ ਚੱਲਦਾ। ਉਹਨੂੰ ਤੁਹਾਨੂੰ ਉਹ ਕਨਵਰਟ ਕਰਾਉਣਾ ਪੈਂਦੇ ਆ ਆਪਣੇ ਜਿਹੜੇ ਨੰਬਰ ਆ ਉੱਥੇ। ਇਵੈਲੂਏਸ਼ਨ ਕਹਿੰਦੇ ਮੇਰੇ ਖਿਆਲ ਨਾਲ ਉਹਨੂੰ, ਹਨਾ? ਹਾਂਜੀ ਇਵੈਲੂਏਸ਼ਨ। ਸੋ ਉਹ ਜਿਹੜੀ ਇਵੈਲੂਏਸ਼ਨ ਤੁਹਾਨੂੰ ਕਰਾਉਣੀ ਪੈਂਦੀ ਆ। ਦੈਨ ਉਸ ਤੋਂ ਬਾਅਦ ਤੁਹਾਨੂੰ ਕੁਛ ਯੂਨੀਵਰਸਿਟੀਆਂ ਕਹਿੰਦੀਆਂ ਕਿ ਸਾਨੂੰ ਬੈਂਕ ਬੈਲੈਂਸ ਦਾ ਤੁਸੀਂ ਦਿਖਾਓ, ਸਾਨੂੰ ਸਟੇਟਮੈਂਟ ਵਗੈਰਾ ਵੀ ਦਿਓ। ਮੋਸਟਲੀ ਨਹੀਂ ਕਹਿੰਦੀਆਂ, ਪਰ ਇੰਨੀਆਂ ਕੁ ਚੀਜ਼ਾਂ ਹੀ ਚਾਹੀਦੀਆਂ ਹੁੰਦੀਆਂ। ਹੋਰ ਵੀ ਜਿਹੜੀ ਵੀ ਕੋਈ ਚੀਜ਼ ਚਾਹੀਦੀ ਹੋਵੇ ਤੁਹਾਨੂੰ ਉਹ ਦੱਸ ਦੂਗੀ। ਤੇ ਜਿੱਦਾਂ ਕੈਨੇਡਾ ਦਾ ਮੈਨੂੰ 100% ਨਹੀਂ ਸ਼ੋਰ, ਬਟ ਕੈਨੇਡਾ ਲਈ ਮੇਰੇ ਖਿਆਲ ਨਾਲ ਐਮਬੈਸੀ ਜਾ ਕੇ ਤੁਹਾਨੂੰ ਇੰਟਰਵਿਊ ਨਹੀਂ ਦੇਣਾ ਪੈਂਦਾ ਨਾ? ਨਹੀਂ ਅੱਛਾ। ਕੈਨੇਡਾ ਵਾਲਾ ਨਹੀਂ। ਤੇ ਅਮਰੀਕਾ ਲਈ ਜਾਣਾ ਪੈਂਦਾ ਤੁਹਾਨੂੰ ਐਮਬੈਸੀ, ਹਨਾ, ਇੱਕ ਵਾਰੀ? ਸ਼ੋਰ ਆ ਜੀ, ਤੁਸੀਂ ਜਿਹੜੀ ਮਰਜ਼ੀ ਕੰਟਰੀ ਤੋਂ ਅਮਰੀਕਾ ਲਈ ਅਪਲਾਈ ਕਰ ਰਹੇ ਹੋ ਤੁਹਾਨੂੰ ਇੰਟਰਵਿਊ ਲਈ ਜਾਣਾ ਹੀ ਪੈਣਾ। ਇਹ ਡੈਫੀਨੇਟਲੀ ਸ਼ੋਰ ਹੀ ਆ। ਔਰ ਇਹਦੇ ਵਾਸਤੇ ਇੱਦਾਂ ਹੁੰਦਾ ਕਿ ਜਿਹੜੀ ਮਤਲਬ ਇੱਕ ਗੱਲ ਦਾ ਜ਼ਰੂਰ ਖਿਆਲ ਰੱਖਣ, ਜਿਹੜਾ ਵੀ ਕੋਈ ਹੁਣ ਜਿੱਦਾਂ ਹੁਣ ਵੀਡੀਓ ਦੇਖ ਰਹੇ ਆ, ਜੇ ਅਗਰ ਤੁਸੀਂ ਆਇਲਸ ਤੇ ਇੱਥੇ ਆ ਸਕਦੇ ਆ ਇੱਕ ਵਧੀਆ ਗੱਲ, ਕਿਉਂਕਿ ਪੰਜਾਬ 'ਚ ਸਾਰੇ ਜਣੇ ਮਤਲਬ ਜਿੰਨੇ ਵੀ ਆਪਣੇ ਯੰਗ ਜਨਰੇਸ਼ਨ ਆਇਲਸ ਕਰਕੇ ਇੱਥੇ US ਆਪਣੀ ਕੈਨੇਡਾ 'ਚ ਆ ਰਹੀ ਹੈ ਜਾਂ ਨਿਊਜ਼ੀਲੈਂਡ ਜਾ ਰਹੀ ਹੈ, ਆਸਟ੍ਰੇਲੀਆ ਜਾ ਰਹੀ ਹੈ।
ਇਹਦੇ ਵਿੱਚ ਜਦੋਂ ਯੂਐਸ ਲਈ ਆਉਣਾ, ਕੁਝ ਚੀਜ਼ਾਂ ਦਾ ਖਿਆਲ ਰੱਖਣਾ ਪੈਣਾ ਕਿ ਜਿਹੜੀਆਂ ਗ੍ਰੈਜੂਏਸ਼ਨ ਦੇ ਜਿਹੜੇ ਤੁਹਾਡੇ ਓਵਰਆਲ ਜਿਹੜੀ ਪਰਸੈਂਟੇਜ ਹੈ ਨਾ, ਉਹ ਮਤਲਬ ਵੈਰੀ ਪਰਫੈਕਟ ਜਾਂ ਵੈਰੀ ਗੁੱਡ ਹੋਣੀ ਚਾਹੀਦੀ ਆ। ਕਲੋਜ਼ ਟੂ ਗੁੱਡ। 80, ਹਾਂਜੀ ਕਲੋਜ਼ ਟੂ ਗੁੱਡ ਤੇ ਮਤਲਬ 70 80 85%। ਕਿਉਂਕਿ ਇਹਨਾਂ ਦੀ ਯੂਨੀਵਰਸਿਟੀਆਂ ਦੇ ਹਿਸਾਬ ਨਾਲ ਉਹਨਾਂ ਦੀ ਗ੍ਰੇਡਿੰਗ ਜਿਹੜੀ A ਗ੍ਰੇਡ, B ਗ੍ਰੇਡ ਜਾਂ C ਗ੍ਰੇਡ ਚ ਆਉਂਦੇ ਆ। ਜੇ ਅਗਰ ਤੁਸੀਂ ਅਪਲਾਈ ਕਰਦੇ ਹੋ, ਤੁਹਾਨੂੰ ਕਹਿੰਦੇ ਕਿ ਹਾਂ ਵੀ ਕਿ ਸਾਨੂੰ ਤੁਹਾਡਾ ਓਵਰਆਲ B ਗ੍ਰੇਡ ਚਾਹੀਦਾ ਜਾਂ A ਗ੍ਰੇਡ ਚਾਹੀਦਾ, ਤੇ ਉਹ ਤੁਹਾਡੇ ਜਿਹੜੀ ਤੁਸੀਂ ਉਹ ਕਨਵਰਟ ਕਰਾਏ ਹੋਣਗੇ ਨੰਬਰ, ਤੁਹਾਨੂੰ ਉਸ ਤੋਂ ਪਤਾ ਲੱਗੂਗਾ ਕਿ ਤੁਸੀਂ ਕਿਹੜੀ ਕੈਟੇਗਰੀ ਚ ਆਉਂਦੇ ਆ, ਉਹ ਤੁਹਾਨੂੰ ਐਕਸੈਪਟ ਕਰਦੇ ਆ ਕਿ ਨਹੀਂ ਕਰਦੇ। ਠੀਕ ਹੈ। ਸੋ ਆਹ ਚੀਜ਼ਾਂ ਦਾ ਖਿਆਲ ਰੱਖਣਾ ਪੈਂਦਾ। ਤੇ ਇਹ ਤੁਹਾਡਾ ਪ੍ਰੋਸੈਸ ਸਾਰਾ ਚਲੋ ਇੰਡੀਆ ਹੋ ਗਿਆ, ਤੁਸੀਂ ਅੰਬੈਸੀ ਗਏ, ਉੱਥੋਂ ਤੁਹਾਨੂੰ ਉਹਨਾਂ ਨੇ ਰਾਈਟ ਅਵੇ ਦੱਸਤਾ ਵੀ ਤੁਹਾਨੂੰ ਵੀਜ਼ਾ ਗ੍ਰਾਂਟ ਹੋ ਗਿਆ? ਹਾਂਜੀ, ਵੀਜ਼ੇ ਦਾ ਜਿਹੜਾ ਹੈਗਾ ਉਹ ਉਸੇ ਵੇਲੇ ਉਹਨਾਂ ਨੇ ਦੱਸ ਦੇਣਾ ਤੁਹਾਨੂੰ। ਠੀਕ ਹੈ। ਤੁਹਾਡਾ ਓਕੇ ਆ, ਵੀਜ਼ਾ ਨਹੀਂ ਲੱਗਾ ਜਾਂ ਕਿੱਦਾਂ ਆ, ਉਹ ਤੋਂ ਪਹਿਲਾਂ ਜਿਹੜੇ ਸਟੈਪ, ਵੀਜ਼ਾ ਇੰਟਰਵਿਊ ਤੋਂ ਪਹਿਲਾਂ ਜਿਹੜੇ ਸਟੈਪ ਇਹ ਆ ਕਿ ਜਦੋਂ ਤੁਸੀਂ ਯੂਨੀਵਰਸਿਟੀ ਚੂਜ਼ ਕਰ ਲੈਂਦੇ ਆ, ਉਹਨਾਂ ਨਾਲ ਗੱਲ ਕਰ ਲੈਂਦੇ ਆ, ਸਾਰਾ ਕੁਝ ਤੁਹਾਨੂੰ ਉਹ ਦੇ ਦਿੰਦੇ ਆ। ਮਤਲਬ ਜਿਹੜੀ ਵੀ ਤੁਸੀਂ ਜੋ ਵੀ ਸਭ ਕੁਝ ਦੇਣਾ ਹੈ ਉਹਨਾਂ ਨੂੰ, ਆਪਣੇ ਸਰਟੀਫਿਕੇਟ ਵਗੈਰਾ ਜਦੋਂ ਸੈਂਡ ਕਰ ਦਿੱਤੇ, ਉਸ ਤੋਂ ਬਾਅਦ ਤੁਹਾਨੂੰ ਅਗਰ ਯੂਨੀਵਰਸਿਟੀ ਤੁਹਾਨੂੰ ਅਪਰੂਵ ਕਰ ਲੈਂਦੀ ਆ, ਤੁਹਾਨੂੰ I-20 ਸਰਟੀਫਿਕੇਟ ਸੈਂਡ ਕਰਦੀ ਆ। ਠੀਕ ਹੈ। ਬਾਏ ਮੇਲ, ਪੋਸਟ ਦੇ ਥਰੂ ਆਉਂਦੀ ਆ ਉਹ I-20 ਜਿਹੜਾ ਹੈਗਾ ਸਰਟੀਫਿਕੇਟ। ਠੀਕ ਹੈ। ਉਹ ਸਰਟੀਫਿਕੇਟ ਦੇ ਉੱਤੇ ਇੱਕ ਰੈਂਡਮ ਨੰਬਰ ਜਨਰੇਟ ਕੀਤਾ ਹੁੰਦਾ, ਸਟੂਡੈਂਟ ਨੰਬਰ ਹੀ ਹੁੰਦਾ ਇੱਕ ਹਿਸਾਬ ਦਾ, ਬਾਰਕੋਡ ਕਾਈਂਡ ਆਫ ਹੁੰਦਾ ਉਹ। ਠੀਕ ਹੈ। ਉਹ ਜਿਹੜਾ ਹੁੰਦਾ ਤੁਹਾਡਾ ਮਤਲਬ ਇੱਕ ਹਿਸਾਬ ਦਾ ਉਹ ਐਪਲੀਕੇਸ਼ਨ ਐਕਸੈਪਟੈਂਸ ਨੰਬਰ ਹੀ ਹੁੰਦਾ ਕਾਈਂਡ ਆਫ ਨਾ। ਦੈਨ ਤੁਸੀਂ ਉਸ ਤੋਂ ਬਾਅਦ ਜਿਹੜਾ ਨੈਕਸਟ ਸਟੈਪ ਹੈ ਉਹ ਇਹ ਆ ਕਿ ਹਾਂ ਵੀ ਤੁਸੀਂ ਸੈਵੀਜ਼ ਫੀ ਪੇ ਕਰਨੀ ਆ। ਸੇਮ ਜਿਹੜਾ ਮੈਂ ਦੱਸਿਆ ਸੈਵੀਜ਼ SEVP ਪ੍ਰੋਗਰਾਮ ਜਿਹੜਾ ਨਾ, ਤੁਸੀਂ ਉਹਦੀ ਫੀਸ ਪੇ ਕਰਨੀ ਆ। ਕੁਛ ਜਿਹੜੀਆਂ ਯੂਨੀਵਰਸਿਟੀ ਹੈਗੀਆਂ ਉਹ ਚਾਰਜ ਕਰਦੀਆਂ ਤੁਹਾਨੂੰ I-20 ਨੂੰ ਅਰਾਊਂਡ $50-100। ਸੈਵੀਜ਼ ਫੀ ਜਿਹੜੀ ਹੈਗੀ ਆ ਉਹ ਵੀ ਅਰਾਊਂਡ $300 ਜਾਂ $400 ਦੇ ਕਰੀਬ ਹੈਗੀ ਆ। ਠੀਕ ਹੈ। ਔਰ ਜਿਹੜਾ ਉਹ ਬਾਰਕੋਡ ਹੁੰਦਾ ਉਹ ਤੁਸੀਂ ਜਦੋਂ ਆਨਲਾਈਨ ਤੁਸੀਂ ਇਹ ਭਰਨਾ ਹੁੰਦਾ, ਆਨਲਾਈਨ ਵਿੱਚ ਤੁਸੀਂ ਆਪਣਾ ਬਾਰਕੋਡ ਦਾ ਜਿਹੜਾ ਨੰਬਰ ਹੈਗਾ ਉਹ ਫਿਲ ਕਰਕੇ, ਯੂਨੀਵਰਸਿਟੀ ਦਾ ਫਿਲ ਕਰਕੇ, ਜੋ ਵੀ ਇਨਫੋਰਮੇਸ਼ਨ ਹੋਰ ਉਹਨਾਂ ਨੂੰ ਦੇਣੀ ਆ ਸੈਵੀਜ਼ ਫਾਰਮ ਦੇ ਵਿੱਚ, ਉਹ ਸਾਰੀ ਇਨਫੋਰਮੇਸ਼ਨ ਦੇ ਕੇ ਤੁਸੀਂ ਇਹਨਾਂ ਨੂੰ ਕ੍ਰੈਡਿਟ ਕਾਰਡ ਦੇ ਥਰੂ ਪੇ ਕਰਨੇ ਹੁੰਦੇ ਪੈਸੇ। ਅੰਬੈਸੀ ਫਿਰ ਉਹ ਉਹ ਜਿਹੜਾ ਡਿਪਾਰਟਮੈਂਟ ਆ, ਕਾਈਂਡ ਆਫ ਜਿਹੜਾ ਡਿਪਾਰਟਮੈਂਟ ਆ, ਠੀਕ ਹੈ, ਨਾਨ ਇਮੀਗ੍ਰੇਸ਼ਨ ਵੀਜ਼ਾ ਦੇ ਰਿਲੇਟਡ ਇਹ ਡਿਪਾਰਟਮੈਂਟ ਹੈ। ਠੀਕ ਹੈ। ਇਹਦੇ ਵਿੱਚ ਆਈਸ, ਹੋਮਲੈਂਡ ਸਿਕਿਉਰਿਟੀ, ਇਮੀਗ੍ਰੇਸ਼ਨ, ਤੁਹਾਡੀ ਯੂਨੀਵਰਸਿਟੀ ਸਾਰੀਆਂ ਕਾਊਂਟ ਹੁੰਦੀਆਂ। ਸੋ ਇੱਕ ਫੀਸ ਉਹਨਾਂ ਨੂੰ ਪੇ ਕਰਨੀ ਹੁੰਦੀ ਆ। ਉਤੋਂ ਇਹ ਹੁੰਦਾ ਕਿ ਹਾਂ ਵੀ ਬੰਦੇ ਨੇ ਆਪਣੀ ਫੀ ਪੇ ਕੀਤੀ ਆ, ਇਹ ਮਤਲਬ ਫਲਾਣੀ ਕਿਸੇ ਕਾਲਜ ਤੋਂ ਅਪਰੂਵਡ ਹੋਇਆ। ਜਦੋਂ ਤੁਸੀਂ ਇੰਟਰਵਿਊ ਲਈ ਜਾਣਾ ਤੇ ਜਿਹੜਾ ਤੁਹਾਡਾ ਵੀਜ਼ਾ ਆਫਿਸਰ ਹੋਣਾ, ਉਹਨੇ ਸਿਰਫ ਉਹ ਬਾਰਕੋਡ ਸਕੈਨ ਕਰਨਾ, ਸਾਰੀ ਡਿਟੇਲ ਖੁੱਲ ਜਾਣੀ ਕਿ ਹਾਂ ਵੀ ਏਦਾਂ ਕਰਕੇ ਆ ਇਸ ਯੂਨੀਵਰਸਿਟੀ ਦੇ ਵਿੱਚ ਅਪਲਾਈ ਇਹਨੇ ਕੀਤਾ ਸੀਗਾ, ਏਦਾਂ ਕਰਕੇ ਅਪਰੂਵ ਹੋ ਗਿਆ। ਸੋ ਉਹ ਜਿਹੜੀ ਫੀਸ ਪੇ ਕਰਨੀ ਜ਼ਰੂਰੀ ਆ, ਔਰ ਤੁਸੀਂ ਆਪ ਸਾਰਾ ਹੀ ਕਰ ਸਕਦੇ ਆ। ਠੀਕ ਹੈ। ਬਸ ਉਹ I-20 ਤੁਹਾਨੂੰ ਜਿਹੜਾ ਆਊਗਾ ਬਾਈ ਪੋਸਟ, ਉਹ ਦੈਨ ਤੁਸੀਂ ਆਨਲਾਈਨ ਆਪਣੀ ਸਰਵਿਸ ਫੀ ਪੇ ਕਰਨੀ ਆ। ਉਸ ਤੋਂ ਬਾਅਦ ਤੁਸੀਂ ਆਪਣੀ ਇੰਟਰਵਿਊ ਸਕੈਜੂਅਲ ਕਰਨੀ ਆ। ਠੀਕ ਹੈ। ਔਰ ਜਿਹੜਾ I-20 ਆ ਉਹ ਮਸਟ ਆ, ਤੁਸੀਂ ਕੈਰੀ ਕਰਕੇ ਰੱਖਣਾ। ਜੇ ਤੁਸੀਂ ਇੱਥੇ USA 'ਚ ਵੀ ਆ ਜਾਂਦੇ ਆ, ਤੁਹਾਡਾ ਉਹੀ ਇੱਕ ਪ੍ਰੂਫ ਆ ਕਿ ਹਾਂ ਵੀ ਤੁਸੀਂ ਇੱਥੇ ਸਟੂਡੈਂਟ ਆ ਤੇ ਤੁਸੀਂ ਲੀਗਲ ਆ। ਠੀਕ ਹੈ। ਤੇ ਇੱਕ ਕੁਐਸਚਨ ਮੇਰੇ ਹੋਰ, ਜਿੱਦਾਂ ਫਿਰ ਜਿਹੜੀ ਇੱਕ ਇਹ ਜਿਹੜਾ ਜੋ ਵੀ $300-400 ਇਹ ਤੇ ਚਲੋ ਆਪਣੀ ਐਡਮਿਨਿਸਟ੍ਰੇਸ਼ਨ ਫੀਸ ਹੋ ਗਈ, ਜਿਹੜੀ ਤੁਹਾਡੀ ਆਪਣੀ ਯੂਨੀਵਰਸਿਟੀ ਜਾਂ ਕਾਲਜ ਦੀ ਫੀਸ ਆ, ਉਹ ਆਪਾਂ ਇੰਡੀਆ ਹੀ ਪੇ ਕਰਕੇ ਆਉਂਦੇ ਜਾਂ ਇੱਥੇ ਆ ਕੇ ਪੇ ਕਰਦੇ ਆ? ਨਹੀਂ ਜੀ, ਉਹ ਸਭ ਤੋਂ ਪਹਿਲਾਂ ਤਾਂ ਜਦੋਂ ਤੁਸੀਂ ਵੀਜ਼ਾ ਲੈ ਲੈਂਦੇ ਆ, ਵੀਜ਼ਾ ਤੁਹਾਨੂੰ ਗ੍ਰਾਂਟ ਹੋ ਜਾਂਦਾ, ਜਦ ਤੱਕ ਵੀਜ਼ਾ ਨਹੀਂ ਗ੍ਰਾਂਟ ਹੁੰਦਾ ਉਦ ਤੱਕ ਕੋਈ ਤੁਸੀਂ ਐਕਸਟਰਾ ਚਾਰਜ ਨਹੀਂ ਦੇਣੇ। ਸਿਰਫ ਆਹੀ ਜਿਹੜੀਆਂ 2-4 ਫੀਸਾਂ ਹੈਗੀਆਂ ਉਹ ਬਸ ਦੇਣੀਆਂ ਤੁਸੀਂ। ਤੁਹਾਨੂੰ ਉਸ ਤੋਂ ਬਾਅਦ ਮਤਲਬ ਜਾਂ ਉਸ ਤੋਂ ਇਲਾਵਾ ਕੁਛ ਨਹੀਂ ਪੇ ਕਰਨਾ ਪੈਣਾ। ਜਾਂ ਜਿਹੜੀਆਂ ਤੁਸੀਂ ਪੋਸਟ ਕਰਦੇ ਆ ਬਸ ਉਹ, ਕਿਉਂਕਿ ਕੁਛ ਯੂਨੀਵਰਸਿਟੀਆਂ ਤਾਂ ਕਹਿ ਦਿੰਦੇ ਕਿ ਹਾਂ ਵੀ ਸਾਨੂੰ ਉੱਥੇ ਹੀ ਅਪਲੋਡ ਕਰ ਦਿਓ ਡਾਕੂਮੈਂਟਸ। ਕਈ ਕਹਿੰਦੇ ਕਿ ਸਾਨੂੰ ਮਤਲਬ ਪੋਸਟ ਕਰੋ ਤੁਸੀਂ, ਹੈ ਨਾ, ਮੇਲ ਸੈਂਡ ਕਰੋ, ਅਸੀਂ ਮੇਲ ਦੇ ਵਿੱਚ ਸਾਰੇ ਐਕਸੈਪਟ ਕਰਾਂਗੇ ਸਰਟੀਫਿਕੇਟ ਤੁਹਾਡੇ। ਸੋ ਜਿਹੜੀ ਮੇਨ ਚੀਜ਼ ਉਹ ਇਹੀ ਆ ਕਿ ਜੇ ਅਗਰ ਤੁਸੀਂ ਵੀਜ਼ਾ ਆਫਿਸਰ ਦੇ ਸਾਹਮਣੇ ਤੁਹਾਡੀ ਪਰਫਾਰਮੈਂਸ ਕਿੱਦਾਂ ਦੀ ਆ, ਅਗਰ ਉਹ ਵੀਜ਼ਾ ਗ੍ਰਾਂਟ ਕਰ ਦਿੰਦਾ ਆ, ਤੁਹਾਨੂੰ ਵੀਜ਼ਾ ਮਿਲ ਜਾਂਦਾ ਉਸੇ ਵੇਲੇ ਉਹਨੇ ਦੱਸ ਦੇਣਾ। ਦੈਨ ਤੁਸੀਂ ਇੱਥੇ ਆ ਕੇ ਯੂਨੀਵਰਸਿਟੀ, ਜਦੋਂ US ਆ ਗਏ, ਆ ਕੇ ਇੱਥੇ ਤੁਸੀਂ ਆਪਣੇ ਯੂਨੀਵਰਸਿਟੀ 'ਚ ਜਾਣਾ, ਉਹਨਾਂ ਨੂੰ ਇਨਫੋਰਮ ਕਰਨਾ ਕਿ ਹਾਂ ਵੀ ਅਸੀਂ ਇੱਥੇ ਆ ਗਏ, ਪਹੁੰਚ ਗਏ। ਠੀਕ ਹੈ। ਹਾਂਜੀ। ਔਰ ਜਿਹੜਾ ਵੀਜ਼ਾ ਆ
ਤੁਸੀਂ 120 ਦਿਨ ਪਹਿਲਾਂ ਲੈ ਸਕਦੇ ਆ। ਠੀਕ ਹੈ, ਤੁਸੀਂ ਇੱਥੇ ਸਿਰਫ 30 ਦਿਨ ਪਹਿਲਾਂ ਆ ਸਕਦੇ ਆ। ਤੁਹਾਡੇ ਜੋ ਵੀ ਸਮੈਸਟਰ ਜਦੋਂ ਸਟਾਰਟ ਹੋਣ ਸਟੱਡੀ ਤੋਂ। ਮੇਰੀ ਸਮੈਸਟਰ ਸਟਾਰਟ ਹੋਣੀ ਹੈ ਜਦੋਂ ਵੀ ਹੈ ਨਾ, ਉਤੋਂ ਤੁਸੀਂ 30 ਦਿਨ ਪਹਿਲਾਂ ਆ ਸਕਦੇ ਆ। ਵੀਜ਼ਾ ਤੁਸੀਂ ਠੀਕ, 120 ਦਿਨ ਪਹਿਲਾਂ ਵੀ ਲੈ ਸਕਦੇ ਆ। ਓਕੇ ਓਕੇ। ਤੇ ਫੀਸ ਫਿਰ ਬੇਸਿਕਲੀ ਇੱਥੇ ਆ ਕੇ ਇੱਥੇ ਆ ਕੇ ਪੇ ਕਰਨੀ ਫਿਰ ਫੀਸ ਹਾਂਜੀ, ਬੇਸਿਕਲੀ? ਜਦੋਂ ਤੁਸੀਂ ਇੱਥੇ ਆ ਗਏ, ਇਹਨਾਂ ਨੂੰ ਦੱਸ ਦਿੱਤਾ ਕਿ ਅਸੀਂ ਇੱਥੇ ਆ ਗਏ ਆ, ਇਹ ਫਿਰ ਇਨਫੋਰਮ ਕਰ ਦਿੰਦੇ ਆ ਕਿ ਹਾਂ ਵੀ ਜਿਹੜਾ ਸਟੂਡੈਂਟ ਸੀਗਾ ਸਾਡੇ ਕੋਲ ਇੱਥੇ ਪਹੁੰਚ ਗਿਆ ਆ। ਠੀਕ ਹੈ ਜੀ। ਠੀਕ। ਸੋ ਤੁਹਾਡਾ ਜਿਹੜਾ ਇੱਕ ਹਿਸਾਬ ਦਾ ਸਟੇਟਸ ਉਹ ਲੀਗਲ ਹੋ ਜਾਂਦਾ। ਅਗਰ ਤੁਸੀਂ ਨਹੀਂ ਇੱਥੇ ਦੱਸਦੇ ਤਾਂ ਤੁਸੀਂ ਇੱਥੇ ਲੀਗਲ ਹੋ ਜਾਂਦੇ ਆ। ਤੇ ਇੱਕ ਕੁਐਸਚਨ ਹੋਰ ਮੇਰੇ ਦਿਮਾਗ 'ਚ, ਜਿੱਦਾਂ ਹੁਣ ਤੁਸੀਂ ਆ ਗਏ ਹਨਾ, ਚਲੋ ਹੋ ਸਕਦਾ ਕਿਸੇ ਦਾ ਇੱਥੇ ਕੋਈ ਫੈਮਿਲੀ ਰਿਲੇਟਿਵ ਹੋਣ, ਜਿਹਦੇ ਕੋਲ ਕੋਈ ਇੱਥੇ ਰਿਲੇਟਿਵ ਨਹੀਂ ਹੈਗਾ, ਜਾਂ ਉਹਨੇ ਐਸੀ ਜਗ੍ਹਾ ਜਾਣਾ ਵੀ ਉਹ ਸ਼ਹਿਰ ਦੇ ਵਿੱਚ ਕੋਈ ਰਿਲੇਟਿਵ ਨਹੀਂ ਹੈਗਾ, ਉਹਨੂੰ ਆਪਣੇ ਰਹਿਣ ਦਾ ਪ੍ਰਬੰਧ ਵੀ ਉਹਨੇ 에ਅਰਪੋਰਟ ਤੋਂ ਕਿੱਦਾਂ ਜਾਣਾ ਵਾ, ਇਹ ਉਹਨੂੰ ਸਭ ਕੁਝ ਸੋਚ ਕੇ ਹੋਣਾ ਚਾਹੀਦਾ? ਕਿੱਦਾਂ ਮਤਲਬ ਕਿ ਰਿਹਾਇਸ਼ ਦਾ ਕਿੱਦਾਂ ਸੋਚ ਕੇ ਆਏ ਹੋ? ਹਾਂਜੀ ਹਾਂਜੀ, ਇਹਦਾ ਭਾਜੀ ਇਦਾਂ ਕਿ ਹਾਂ ਵੀ ਕਈ ਆਨਲਾਈਨ ਸਾਈਟਸ ਹੈਗੀਆਂ ਜਿੱਥੋਂ ਤੁਸੀਂ ਕਾਫੀ ਕੁਝ ਦੇਖ ਸਕਦੇ ਆ। ਇੱਥੇ ਦੇ ਜਿਹੜੇ ਅਪਾਰਟਮੈਂਟ ਰੈਂਟਲ ਮਿਲਦੇ ਆ, ਜਾਂ ਛੋਟੇ ਛੋਟੇ ਕੌਂਡੋ ਵਗੈਰਾ ਮਿਲਦੇ ਆ ਨਾ, ਜਾਂ ਕਿਸੇ ਸਟੂਡੈਂਟ ਨੇ ਕਈਆਂ ਨੇ ਲਾਏ ਹੁੰਦੇ ਆ ਨਾ, ਜਿਹੜੇ ਬ੍ਰੋਕਰਸ ਹੈਗੇ ਉਹਨਾਂ ਦਾ ਕਰ ਸਕਦੇ। ਪਰ ਜਦੋਂ ਮੈਂ ਆਇਆ ਸੀਗਾ, ਮੈਂ ਤਾਂ ਇੱਥੇ ਇਕੱਲਾ, ਮੈਂ ਜਦੋਂ 에ਅਰਪੋਰਟ ਤੋਂ ਨਿਕਲਿਆ ਮੈਨੂੰ ਤਾਂ ਲੈਣ ਨੂੰ ਕੋਈ ਬਾਹਰ ਹੈ ਨਹੀਂ ਸੀ ਕੋਈ। ਠੀਕ ਹੈ। ਸੋ ਮੈਂ ਕੀ ਕੀਤਾ ਸੀਗਾ ਕਿ ਮੈਂ ਇੱਥੇ ਫਿਰ 에ਅਰਪੋਰਟ ਤੇ ਪਹਿਲਾਂ ਤਾਂ ਆਪਣੀ ਜਿਹੜੀ ਕਰੰਸੀ ਮੈਂ ਜਿਹੜੀ ਇੰਡੀਆ ਤੋਂ ਲੈ ਕੇ ਆਇਆ ਸੀਗਾ, ਅਰਾਊਂਡ ਲਾਈਕ 1200-1500 ਡਾਲਰ ਲੈ ਕੇ ਆਇਆ ਸੀਗਾ ਮੈਂ। ਤੇ ਪਹਿਲਾਂ ਮੈਂ ਆਪਣਾ ਫੋਨ ਦਾ ਇੱਥੇ ਸਿਮ ਲਿਆ, ਸਿਮ ਲੈ ਕੇ ਫਿਰ ਮੈਂ ਇੱਥੋਂ ਆਲੇ ਦੁਆਲੇ ਹੋਟਲ ਸਰਚ ਕੀਤਾ। ਇੱਕ ਮੈਨੂੰ ਉੱਥੇ ਸੱਜਣ ਮਿਲ ਗਏ ਸੀਗੇ 에ਅਰਪੋਰਟ ਤੇ, ਮੈਂ ਉਹਨਾਂ ਦੇ ਨਾਲ ਮਾੜੀ ਹੈਲਪ ਲੈ ਕੇ ਤਾਂ ਮੈਂ ਟੈਕਸੀ ਕਰਕੇ ਇੱਕ ਹੋਟਲ 'ਚ ਰਿਹਾ ਸੀਗਾ। 10 ਕੁ ਦਿਨ ਮੈਂ ਉੱਥੇ ਰਿਹਾ। ਠੀਕ ਹੈ। ਉੱਥੇ ਜਾ ਕੇ ਮੈਂ ਇੰਟਰਨੈਟ ਤੇ ਸਾਰਾ ਸਰਚ ਕੀਤਾ ਕਿ ਹਾਂ ਵੀ ਮੈਂ ਕੀ ਕੀ ਕਰ ਸਕਦਾ। ਠੀਕ ਹੈ, ਫਿਰ ਤੁਸੀਂ ਆਪਣੇ ਇੱਥੇ ਘਰ ਮਤਲਬ ਕਿ ਰੈਜ਼ੀਡੈਂਸ ਦਾ ਮਤਲਬ ਕਿ ਬੇਸਿਕਲੀ ਤੁਸੀਂ ਆਪ ਹੀ ਸਾਰਾ ਅਰੇਂਜ ਕੀਤਾ ਹੈ? ਮੇਰੇ ਕੁਝ ਫਰੈਂਡ ਸੀਗੇ ਇੰਡੀਆ ਆਪਣੇ ਉੱਥੇ ਕੈਨੇਡਾ 'ਚ ਸੀਗੇ, ਉਹਨਾਂ ਦੇ ਗਾਹਾਂ ਮੇਰੀ ਐਕਚੁਅਲੀ ਫੈਮਿਲੀ ਸਾਰੀ ਉਹਦਾ ਕੈਨੇਡਾ 'ਚ। ਮੈਂ ਤੇ ਮੇਰਾ ਬ੍ਰਦਰ ਰੀਸੈਂਟਲੀ ਆਇਆ ਉਹ ਵੀ, ਤੇ ਉਹ ਅਸੀਂ 2 ਜਣੇ ਆ ਇੱਥੇ, ਬਾਕੀ ਸਾਰੀ ਜਿਹੜੀ ਫੈਮਿਲੀ ਉਹ ਕੈਨੇਡਾ 'ਚ। ਮੇਰੇ ਫਰੈਂਡ ਜਿਹੜੇ ਸੀਗੇ ਉਹਨਾਂ ਦੀ ਗਾਹਾਂ ਮਿੱਤਰਤਾ ਤੋਂ ਗਾਹਾਂ ਮਿੱਤਰਤਾ ਜਿਹੜੀ ਇੱਥੇ ਉਹਨਾਂ ਨੂੰ ਸੀਗੀ, ਕੋਈ ਬੰਦਾ ਮਿਲ ਗਿਆ ਤੇ ਉਹਨੇ ਆ ਕੇ ਫਿਰ ਮੇਰੀ ਥੋੜੀ ਬਹੁਤੀ ਹੈਲਪ ਕੀਤੀ ਸੀਗੀ। ਠੀਕ ਹੈ। ਤੇ ਫਿਰ ਤੇ ਤੁਹਾਡੀ ਫੀਲਡ, ਤੁਸੀਂ ਫੀਲਡ ਜਿੱਦਾਂ ਹੁਣ ਉੱਥੇ ਤੁਹਾਡਾ ਆਈਟੀ ਬੈਕਗ੍ਰਾਉਂਡ ਸੀਗਾ, ਤੇ ਇੱਥੇ ਤੁਸੀਂ ਫੀਲਡ ਆਫ ਸਟੱਡੀ ਕਿਹੜੀ ਪਿਕ ਕੀਤੀ, ਤੇ ਉਹਦਾ ਡਿਊਰੇਸ਼ਨ ਕਿੰਨੀ ਸੀ, ਕਿੰਨੇ ਚਿਰ ਦਾ ਕੋਰਸ ਸੀ? ਉੱਥੇ ਵੀ ਮੇਰੀ ਜੀ ਆਈਟੀ ਸੀਗੀ, ਤੇ ਇੱਥੇ ਮੈਂ ਆਇਆ ਵੀ ਆਈਟੀ ਦੇ ਫੀਲਡ ਤੇ ਸੀਗਾ। ਔਰ ਜਦੋਂ ਵੀ ਅਗਰ ਤੁਸੀਂ ਯੂਐਸ 'ਚ ਪੜ੍ਹਨ ਆਉਣਾ ਤਾਂ ਬੈਸਟ ਆਪਸ਼ਨ ਇਹੀ ਹੈ ਕਿ ਤੁਸੀਂ ਮਾਸਟਰਸ ਲਈ ਆਓ ਇੱਥੇ। ਗ੍ਰੈਜੂਏਸ਼ਨ ਕਰਨ ਲਈ ਨਾ ਤਾਂ ਮੈਂ ਰეკਮੈਂਡ ਕਰਦਾ ਤੇ ਨਾ ਹੀ ਉਹ ਬੈਸਟ ਆਪਸ਼ਨ ਆ, ਵਧੀਆ ਸਟੈਪ ਨਹੀਂ ਹੈਗਾ। 12ਵੀਂ ਕਰਕੇ ਨਹੀਂ ਹੋਣਾ ਚਾਹੀਦਾ ਕਿਸੇ ਨੂੰ? ਨਹੀਂ, 12ਵੀਂ ਮੈਂ ਰეკਮੈਂਡ ਕਰਦਾ ਕਿ 12ਵੀਂ ਕਰਕੇ ਨਾ, ਕਿਉਂਕਿ ਉਹ ਟਾਈਮ ਪੀਰੀਅਡ ਤੇ ਜਿਹੜਾ ਉਹਦੇ ਜਿਹੜੇ ਸਬਜੈਕਟ ਹੈ ਨਾ ਉਹ ਟੂ ਲੌਂਗ ਆ। ਮਤਲਬ ਕਿ ਜਿਹੜਾ F1 ਵੀਜ਼ਾ ਨਾ ਉਹ 5 ਸਾਲ ਦਾ ਤੁਹਾਡੇ ਕੋਲ। ਮੇਰੀ ਜਿਹੜੀ ਸਟੱਡੀ ਸੀਗੀ ਉਹ 2 ਸਾਲ ਦੀ ਸੀਗੀ। ਅਗਰ ਤੁਸੀਂ ਇੱਥੇ ਗ੍ਰੈਜੂਏਸ਼ਨ ਕਰਨ ਆਉਂਦੇ ਆ, ਤੁਹਾਡੀ ਸਟੱਡੀ ਉਹ 4 ਸਾਲ ਦੀ ਆ। ਰੱਬ ਨਾ ਕਰੇ ਕਿ ਵਿੱਚੋਂ ਇੱਕ ਸਮੈਸਟਰ ਤੁਹਾਡਾ ਥੋੜਾ ਵੀਕ ਰਹਿ ਜਾਂਦਾ ਆ, ਠੀਕ ਹੈ ਜੀ, ਤੁਸੀਂ ਇੱਥੇ ਉਹ ਹੋਵੇ 4 ਸਾਲ ਤੋਂ ਬਾਅਦ ਉਹਨੂੰ ਐਕਸਟੈਂਡ ਨਹੀਂ ਕਰ ਸਕਦੇ ਹੋਰ। ਉਹ ਠੀਕ ਹੈ। ਇਸ ਕਰਕੇ ਬੈਟਰ ਹੈ ਕਿ ਹਾਂ ਵੀ ਤੁਸੀਂ 2 ਸਾਲ ਲਈ ਆਓ ਇੱਥੇ, ਮਤਲਬ ਮਾਸਟਰਸ ਲਈ ਆਓ। ਉਹਨਾਂ ਆਪਸ਼ਨ ਹੋਰ ਤੁਹਾਨੂੰ ਮਿਲ ਜਾਂਦੇ ਆ ਕਿ ਤੁਸੀਂ ਕੀ ਕਰ ਸਕਦੇ ਆ। ਤੇ ਇੱਕ ਭਾਈ ਮੇਰੇ ਦਿਮਾਗ 'ਚ ਹੋਰ ਚੀਜ਼ ਹੁੰਦੀ ਹੈ, ਜਿੱਦਾਂ ਇੱਥੇ ਆਪਾਂ ਹੁਣ ਯੂਨੀਵਰਸਿਟੀਆਂ ਦੇ ਨਾਂ ਸੁਣਦੇ ਆ ਜਿਹੜੀਆਂ ਬਈ ਕਿ ਸਮ ਆਫ ਦਾ ਟੌਪ ਯੂਨੀਵਰਸਿਟੀਜ਼ ਜਿਹੜੀਆਂ ਨੇ ਉਹ ਅਮਰੀਕਾ ਦੇ ਵਿੱਚ ਨੇ ਹਨਾ, ਵਰਲਡ ਦੇ ਕਿਸੇ ਵੀ ਫੀਲਡ 'ਚ ਲਾ ਲਓ। ਜਿੱਦਾਂ ਤੁਸੀਂ ਕੈਲੀਫੋਰਨੀਆ ਆਏ ਸੀ ਉਹਦੇ ਨਾ, ਉੱਥੇ ਸੈਨਫੋਰਡ ਯੂਨੀਵਰਸਿਟੀ ਆ, ਯੂਨੀਵਰਸਿਟੀ ਆਫ ਮਿਸ਼ੀਗਨ ਆ, ਹਨਾ ਵੀ 100 ਦੇ ਵਿੱਚ ਨਾਮ ਨੇ। ਪਰ ਇਹ ਯੂਨੀਵਰਸਿਟੀਆਂ ਦੇ ਭਾਜੀ ਇੰਨੀਆਂ ਐਕਸਪੈਂਸਿਵ ਨੇ ਕਿ ਜਿਹੜੇ, ਕਿਉਂਕਿ ਇੱਕ ਨਾਲ ਇਹ ਵੀ ਮੈਂ ਗੱਲ, ਮੇਰੇ ਹੋ ਸਕਦਾ ਕਈਆਂ ਨੂੰ ਨਾ ਪਤਾ ਹੋਏ, ਅਮਰੀਕਾ 'ਚ ਜਿਹੜੀ ਐਜੂਕੇਸ਼ਨ ਉਹ ਸਿਰਫ 12ਵੀਂ ਤੱਕ ਫ੍ਰੀ ਆ। ਜਿਹੜੇ ਇੱਥੋਂ ਦੇ ਵੀ ਬੱਚੇ ਬੋਰਨ ਨੇ, ਜਦੋਂ ਉਹਨਾਂ ਨੇ ਕਾਲਜ ਜਾਣਾ ਤੇ ਉਹਨਾਂ ਨੂੰ ਉਹਦੀ ਫੀਸ ਪੇ ਕਰਨੀ ਪੈਂਦੀ ਆ। ਔਰ 80% ਬੱਚੇ ਐਸੇ ਨੇ ਵੀ ਉਹ ਫੀਸ ਇੰਨੀ ਜ਼ਿਆਦਾ ਹੁੰਦੀ ਕਿ ਨਾ ਉਹ ਅਫੋਰਡ ਕਰ ਸਕਦੇ, ਨਾ ਉਹਨਾਂ ਦੇ ਮਦਰ ਫਾਦਰ ਅਫੋਰਡ ਕਰ ਸਕਦੇ, ਈਵਨ ਦੋ ਇੱਥੋਂ ਦੇ ਬੋਰਨ ਬਰੌਟ ਅਪ ਨੇ। ਤੇ ਕਈਆਂ ਨੂੰ ਜਿੱਦਾਂ ਸਪੋਰਟਸ ਕੋਟੇ ਦੇ ਵਿੱਚ ਸਕਾਲਰਸ਼ਿਪ ਮਿਲ ਜਾਂਦੀ ਹੈ, ਕਈਆਂ ਨੂੰ ਪੜ੍ਹਾਈ ਤੇ ਸਕਾਲਰਸ਼ਿਪ ਮਿਲ ਜਾਂਦੀ ਆ, ਪਰ ਬਹੁਤੇ ਜਾਣੇ, ਮੈਜੋਰਿਟੀ ਆਫ ਜਿਹੜੇ ਬੱਚੇ ਆ ਉਹ ਲੋਨ ਲੈ ਕੇ ਆਪਣੀ ਪੜ੍ਹਾਈ ਕਰਦੇ ਆ। ਤੇ ਜੇ ਮੈਨੂੰ ਰਫਲੀ ਆਪਾਂ ਆਈਡੀਆ ਦੇ ਤੇ 1 ਸਾਲ ਦਾ ਇੱਥੇ ਯੂਨੀਵਰਸਿਟੀ ਦਾ ਖਰਚਾ ਅਮਰੀਕਨ ਡਾਲਰਸ ਦੇ ਵਿੱਚ $40,000 ਤੋਂ ਲੈ ਕੇ $50,000 ਤੱਕ ਹੈਗਾ।
ਤੇ ਇਹ ਇੰਡੀਆ ਤੋਂ ਆਉਣ ਵਾਲੇ ਬੱਚੇ ਲਈ ਹੋ ਸਕਦਾ ਕਿ ਬਹੁਤ ਵੱਡੀ ਰਕਮ ਹੋਏ। ਤੇ ਕੀ ਸਾਰੀਆਂ ਯੂਨੀਵਰਸਿਟੀਆਂ ਇੰਨੀਆਂ ਮਹਿੰਗੀਆਂ ਨੇ ਕਿ ਵਿੱਚੋਂ ਕੁਝ ਐਸੀ ਯੂਨੀਵਰਸਿਟੀਆਂ ਹੈਗੀਆਂ ਜਿਨ੍ਹਾਂ ਦੀ ਫੀਸ ਘੱਟ ਹੋਏ? ਜਿਹੜੀ ਭਾਜੀ ਐਵਰੇਜ ਹੈ ਨਾ, ਸਾਰੀਆਂ ਯੂਨੀਵਰਸਿਟੀਆਂ ਦੀਆਂ ਨਹੀਂ ਹੈਗੀਆਂ, ਬਟ ਐਵਰੇਜ ਜਿਹੜੀ ਆ ਉਹ ਤੁਹਾਨੂੰ ਅਰਾਊਂਡ ਜਿਹੜੀ ਚਾਰਜ ਕਰਦੀ ਆ ਉਹ 38 to 40,000 ਤੱਕ ਕਰਦੀ ਆ। ਨੋ ਡਾਊਟ ਅਮਰੀਕਾ ਦੀ ਜਿਹੜੀ ਹਾਂਜੀ ਇੱਕ ਸਾਲ ਦੀ ਜਿਹੜੀ ਉਹ ਤੁਹਾਨੂੰ ਅਮਰੀਕਾ ਦੀ ਜਿਹੜੀ ਸਟੱਡੀ ਆ ਉਹ ਆਫ ਕੋਰਸ ਮਹਿੰਗੀ ਆ, ਐਕਸਪੈਂਸਿਵ ਆ, ਠੀਕ ਹੈ ਜੀ। ਹਾਂਜੀ, ਬਸ ਇਹਦੇ ਵਿੱਚ ਇਹੀ ਹੁੰਦਾ ਆ ਕਿ ਵੀ ਤੁਹਾਨੂੰ ਬੈਂਕ ਜਿਹੜੀ ਆ ਇੱਥੇ ਉਹ ਲੋਨ ਕਰ ਦਿੰਦੀ ਆ। ਜਦੋਂ ਤੁਸੀਂ ਇੱਥੇ ਆ ਕੇ ਸਮੈਸਟਰ ਇੱਕ ਕਲੀਅਰ ਕਰ ਲੈਂਦੇ ਆ, ਤੁਹਾਨੂੰ ਉਹ ਬੈਂਕ ਫਿਰ ਤੁਹਾਨੂੰ ਲੋਨ ਕਰ ਇੱਕ ਸਮੈਸਟਰ ਦੀ ਤੁਹਾਨੂੰ ਫੀਸ ਆਪ ਕਰਨੀ ਪੈਂਦੀ ਆ, ਠੀਕ ਹੈ ਜੀ। ਠੀਕ ਹੈ। ਇਹ ਫੀਸ ਦਾ ਸਟਰਕਚਰ ਕਿੱਦਾਂ ਹੁੰਦਾ ਇਹਨਾਂ ਦਾ ਕਿ ਇੱਥੇ ਨਾ ਕ੍ਰੈਡਿਟਸ ਚੱਲਦੇ ਆ। ਕ੍ਰੈਡਿਟਸ ਦਾ ਮਤਲਬ ਕਿ ਜਿੱਦਾਂ ਹੁਣ ਇੱਕ ਸਾਇੰਸ ਸਬਜੈਕਟ ਆ ਤੇ ਉਹਦੇ 3 ਕ੍ਰੈਡਿਟ ਆ। ਉਹ ਸਾਇੰਸ ਸਬਜੈਕਟ ਦੇ ਨਾਲ ਇੱਕ ਲੈਬ ਆ, ਉਸ ਲੈਬ ਦਾ 1 ਕ੍ਰੈਡਿਟ ਆ। ਉਹ ਤੁਹਾਨੂੰ ਇੱਕ ਮਤਲਬ ਪਰ ਕ੍ਰੈਡਿਟ ਤੁਹਾਨੂੰ ਚਾਰਜ ਕਰਦੇ ਆ। ਉਹ 300 ਵੀ ਹੋ ਸਕਦਾ, 400 ਵੀ ਹੋ ਸਕਦਾ, ਡਿਪੈਂਡ ਕਰਦੇ ਤੁਸੀਂ ਸਟੱਡੀ ਕਿਹੜੀ ਵਿੱਚ ਆਏ ਹੋ। ਅਗਰ ਮੈਕੈਨੀਕਲ 'ਚ ਆਏ ਹੋ ਥੋੜੀ ਐਕਸਪੈਂਸਿਵ ਹੋ ਸਕਦੀ ਹੈ, IT 'ਚ ਆਏ ਆ ਥੋੜੀ ਚੀਪ ਹੋ ਸਕਦੀ ਆ, ਨਹੀਂ। ਸੋ ਉਹ ਡਿਪੈਂਡ ਕਰਦਾ ਕਿ ਤੁਸੀਂ ਕਿੰਨੇ ਕ੍ਰੈਡਿਟਸ ਲਏ ਆ। ਸੋ ਅਰਾਊਂਡ 12 ਤੋਂ 18 ਕ੍ਰੈਡਿਟਸ ਜਿਹੜੇ ਹੈਗੇ ਆ, ਕਿਉਂਕਿ 12 ਮਿਨੀਮਮ ਕ੍ਰੈਡਿਟ ਤੁਸੀਂ ਲੈਣੇ ਹੁੰਦੇ, ਮਤਲਬ ਕਿ ਤੁਸੀਂ 4 ਸਬਜੈਕਟ ਤਾਂ ਲੈਣੇ ਹੀ ਲੈਣੇ ਆ ਇੱਕ ਸਮੈਸਟਰ ਦੇ ਵਿੱਚ। ਠੀਕ ਹੈ। ਸੋ 12 ਤੋਂ ਲੈ ਕੇ 18 ਤੱਕ ਤੁਹਾਨੂੰ ਉਹ ਜਿਹੜੀ ਸਾਲ ਦੀ ਅਰਾਊਂਡ ਹਰੇਕ ਸਮੈਸਟਰ ਵਿੱਚ ਜਦੋਂ ਤੁਸੀਂ 12 ਜਾਂ 18 ਕ੍ਰੈਡਿਟ ਲੈਂਦੇ ਆ, ਅਰਾਊਂਡ 38 to 40,000 ਡਾਲਰਸ US ਡਾਲਰ ਤੁਹਾਨੂੰ ਇਹ ਚਾਰਜ ਕਰਦੇ ਆ। ਦੈਟ ਇਜ਼ ਪ੍ਰੀਟੀ ਐਕਸਪੈਂਸਿਵ। ਤੇ ਇੱਥੋਂ ਜਿਹੜੇ ਹੁਣ ਬੱਚੇ ਚਲੋ ਇੱਥੋਂ ਵਾਲੇ ਬੱਚਿਆਂ ਨੂੰ ਤੇ ਉਹ ਲੋਨ ਕਰਦੇ ਹੀ ਕਰਦੇ ਆ, ਤੇ ਜਿਹੜੇ ਬਾਹਰੋਂ ਇੰਡੀਆ ਤੋਂ ਜਿੱਦਾਂ ਕੋਈ ਇੰਟਰਨੈਸ਼ਨਲ ਸਟੂਡੈਂਟ ਹੈ ਉਹਨਾਂ ਨੂੰ ਵੀ ਇੱਥੋਂ ਦੀ ਬੈਂਕ ਲੋਨ ਦੇ ਦਿੰਦੇ ਆ? US ਦੇ ਬੈਂਕ ਕਹਿੰਦੇ ਤੁਸੀਂ? ਹਾਂਜੀ ਹਾਂਜੀ ਦੇ ਦਿੰਦੇ ਆ। US ਦੇ ਬੈਂਕ ਲੋਨ ਦੇ ਦਿੰਦੇ ਆ। ਉਹਦੇ ਵਿੱਚ ਇਹੀ ਹੁੰਦਾ ਨਾ ਕਿ ਤੁਹਾਨੂੰ ਪਹਿਲਾਂ ਇੱਕ ਸਮੈਸਟਰ ਕੰਪਲੀਟ ਕਰਨਾ ਹੁੰਦਾ, ਠੀਕ ਹੈ ਜੀ। ਠੀਕ ਹੈ। ਇੱਕ ਸਮੈਸਟਰ ਕੰਪਲੀਟ ਕਰਨਾ ਹੁੰਦਾ, ਦੈਨ ਤੁਸੀਂ ਇੱਥੇ ਕ੍ਰੈਡਿਟ ਕਾਰਡ ਵੀ ਖਿਲਾ ਸਕਦੇ ਆ, ਤੁਸੀਂ ਲੋਨ ਵੀ ਲੈ ਸਕਦੇ ਆ। ਇੱਕ ਗੱਲ ਇਹ ਵਧੀਆ ਹੈਗੀ ਇੱਥੇ ਕਿ ਜਦੋਂ ਤੁਸੀਂ ਸਟੂਡੈਂਟ ਲੋਨ ਇੱਥੇ ਲੈਂਦੇ ਆ ਸਟੱਡੀ ਦੇ ਰਿਲੇਟਡ, ਤੁਹਾਡੀ ਇੱਥੇ ਜਿਹੜੀ ਬੈਂਕ ਆ ਉਹ ਤੁਹਾਨੂੰ ਉਦੋਂ ਤੱਕ ਚਾਰਜ ਨਹੀਂ ਕਰਦੀ ਜਦ ਤੱਕ ਤੁਸੀਂ ਇੱਥੇ ਵਰਕ ਪਰਮਿਟ ਤੇ ਨਹੀਂ ਹੋ ਜਾਂਦੇ। ਉਹ ਠੀਕ ਹੈ। ਵਰਕ ਪਰਮਿਟ ਦਾ ਮਤਲਬ ਕਿ ਤੁਹਾਡੀ ਜਿਹੜੀ ਇਨਫੋਰਮੇਸ਼ਨ ਤਾਂ ਜ਼ਰੂਰ ਸਾਰੀ ਬੈਂਕ ਦੇ ਕੋਲ ਆ, ਠੀਕ ਹੈ ਜੀ। ਤੇ ਉਹ ਪੇ ਵੀ ਕਾਲਜ ਨੂੰ ਉਦੋਂ ਹੀ ਕਰੂਗੀ ਅਗਰ ਉਹਨਾਂ ਨੂੰ ਪਤਾ ਹੈ ਕਿ ਤੁਸੀਂ ਜਾ ਰਹੇ ਹੋ ਕਾਲਜ। ਠੀਕ ਹੈ। ਇਦਾਂ ਨਹੀਂ ਕਿ ਸਾਰੀ ਉਹਨਾਂ ਨੇ ਪੇ ਕਰ ਦਿੰਦੀਆਂ ਕੁਝ। ਤੇ ਉਹਦੇ ਵਿੱਚ ਇਦਾਂ ਹੁੰਦਾ ਕਿ ਜਦੋਂ ਤੁਸੀਂ ਇੱਥੇ ਆਉਂਦੇ ਆ, ਜਿੱਦਾਂ ਇਹਦੇ ਵਿੱਚ ਮੈਂ ਤੁਹਾਨੂੰ ਵਰਕ ਪਰਮਿਟ ਦਾ ਵੀ ਦੱਸ ਦਿੰਦਾ, ਠੀਕ ਹੈ ਜੀ। ਠੀਕ ਹੈ। ਉਹ ਲੋਨ ਜਿਹੜਾ ਹੁੰਦਾ ਆ ਉਹ ਉਦੋਂ ਤੱਕ ਹੁੰਦਾ ਆ ਜਦੋਂ ਤੱਕ ਤੁਸੀਂ, ਇੱਕ ਹੁੰਦਾ ਇੱਥੇ CPT ਪ੍ਰੋਗਰਾਮ ਜਦੋਂ ਤੁਸੀਂ ਇੱਥੇ ਆਉਂਦੇ ਆ, ਇੱਕ ਹੁੰਦਾ OPT ਪ੍ਰੋਗਰਾਮ। CPT ਪ੍ਰੋਗਰਾਮ ਹੁੰਦਾ ਕਿ ਕਰਿਕੂਲਮ ਪ੍ਰੈਕਟਿਸ ਟ੍ਰੇਨਿੰਗ, ਇਦਾਂ ਕੁਛ ਉਹਦਾ ਹੈਗਾ ਨਾਮ। ਹਾਂਜੀ। ਤੇ ਉਹ ਹੈਗਾ ਜਿੱਦਾਂ ਪਾਰਟ ਟਾਈਮ ਤੁਸੀਂ ਇੱਥੇ ਜੌਬ ਕਰ ਸਕਦੇ ਆ। ਠੀਕ ਹੈ। ਉਹਦੇ ਨਾਲ ਤੁਹਾਨੂੰ ਸੋਸ਼ਲ ਸਿਕਿਉਰਿਟੀ ਤੁਹਾਡੀ ਜਿਹੜੀ ਉਹ ਅਪਲਾਈ ਹੋ ਜਾਂਦੀ ਆ। ਦੈਨ ਉਹ ਤੁਸੀਂ ਉਹ ਸਾਰੀਆਂ ਚੀਜ਼ਾਂ ਤੁਸੀਂ ਬੈਂਕ 'ਚ ਲੈ ਕੇ ਜਾਂਦੇ, ਜਦੋਂ ਤੁਹਾਨੂੰ ਫਿਰ ਉਸ ਬੇਸ ਤੇ ਤੁਹਾਡੀ ਦੇਖ ਕੇ ਤੁਹਾਨੂੰ ਉਹ ਲੋਨ ਕਰ ਦਿੰਦੇ ਹੁੰਦੇ, ਤੁਹਾਡੀ ਸੋਸ਼ਲ ਸਿਕਿਉਰਿਟੀ ਵੀ ਲੈ ਲੈਂਦੇ ਆ ਫਿਰ। ਸੋ ਬੇਸਿਕਲੀ ਬੈਂਕ ਦੇ ਕੋਲ ਸਾਰਾ ਕੁਝ ਤੁਹਾਡਾ ਚਲਾ ਜਾਂਦਾ ਆ ਤੇ ਉਹ ਫਿਰ ਉਸ ਬੇਸ ਤੇ ਤੁਹਾਨੂੰ ਲੋਨ ਕਰਦੀ ਆ। ਠੀਕ ਹੈ। ਤੇ ਜਿਹੜੇ ਸੁਣਦੇ, ਕਈ ਇੰਡੀਆ ਤੋਂ ਸੁਣਦੇ, ਉਹਨਾਂ ਨੂੰ ਸੋਸ਼ਲ ਸਿਕਿਉਰਿਟੀ ਦਾ ਨਹੀਂ ਪਤਾ ਹੋਣਾ, ਤੇ ਉਹਨਾਂ ਨੂੰ ਆਪਾਂ ਦੱਸ ਦਿੰਦੇ ਜਿੱਦਾਂ ਇੰਡੀਆ 'ਚ ਪੈਨ ਕਾਰਡ ਜਾਂ ਆਧਾਰ ਕਾਰਡ ਨੰਬਰ ਹੁੰਦਾ, ਇਦਾਂ ਹੀ ਅਮਰੀਕਾ ਦੇ ਵਿੱਚ ਇੱਕ ਸੋਸ਼ਲ ਸਿਕਿਉਰਿਟੀ ਨੰਬਰ ਆ। ਉਹ ਹਰੇਕ ਉਸ ਜਿਹੜੇ ਇੱਥੋਂ ਦੇ ਬੋਰਨ ਨੇ ਉਹਨਾਂ ਨੂੰ ਤੇ ਮਿਲਦਾ ਹੀ ਆ, ਪਰ ਜਿਹੜੇ ਕੋਲ ਵੀ ਵਰਕ ਆਥੋਰਾਈਜੇਸ਼ਨ ਆ ਜਾਂ ਕਿਸੇ ਵੀ ਤਰੀਕੇ ਦਾ ਵਰਕ ਪਰਮਿਟ ਆ, ਉਹਨੂੰ ਹਰ ਇੱਕ ਮਤਲਬ ਕਿ ਜੈਨਰਿਕ ਇੱਕ ਨੰਬਰ ਹੁੰਦਾ ਵਾ ਜਿਹੜਾ ਇੰਡੀਵਿਜੂਅਲ, ਹਰੇਕ ਇੰਡੀਵਿਜੂਅਲ ਕੋਲ ਆਪਣਾ ਹੁੰਦਾ ਹਨਾ। ਤੇ ਉਹਦੇ ਵਿੱਚ ਬੇਸਿਕਲੀ ਤੁਹਾਡੇ ਕ੍ਰੈਡਿਟ ਹਿਸਟਰੀ ਜਾਂ ਤੁਹਾਡੀ ਕੋਈ ਕ੍ਰਿਮੀਨਲ ਹਿਸਟਰੀ, ਮਤਲਬ ਕਿ ਪ੍ਰੀਟੀ ਮੱਚ ਜੇ ਤੁਹਾਨੂੰ ਪੁਲਿਸ ਵਾਲਾ ਜਾਂ ਕਿਤੇ ਵੀ ਪੁੱਲ ਓਵਰ ਕਰਦਾ, ਤੁਹਾਡੇ ਸੋਸ਼ਲ ਸਿਕਿਉਰਿਟੀ ਨੰਬਰ ਤੋਂ ਤੁਹਾਡੀ ਸਾਰਾ ਉਹ ਬੈਕਗਰਾਊਂਡ ਪੁੱਲ ਕਰ ਸਕਦਾ। ਤੇ ਭਾਈ ਜਦੋਂ ਫਿਰ ਆਪਾਂ ਹੁਣ ਚਲੋ ਐਡਮਿਸ਼ਨ ਹੋ ਗਿਆ ਆਪਣਾ, ਤੇ ਉਹ ਐਡਮਿਸ਼ਨ ਦੇ ਪੜ੍ਹਾਈ ਦੇ ਦੌਰਾਨ ਕੀ ਅਸੀਂ ਇੱਥੇ ਤੁਹਾਨੂੰ ਵਰਕ ਦੀ ਪਰਮਿਸ਼ਨ ਹੁੰਦੀ ਆ ਗਵਰਨਮੈਂਟ ਵੱਲੋਂ? ਹਾਂਜੀ ਭਾਜੀ। ਠੀਕ। ਤੁਸੀਂ ਜਦੋਂ ਤੁਸੀਂ ਇੱਥੇ ਆ ਜਾਂਦੇ ਆ, ਤੁਸੀਂ ਆਪਣਾ ਜਦੋਂ ਇੱਕ ਸਮੈਸਟਰ ਕੰਪਲੀਟ ਕਰ ਲੈਂਦੇ ਆ, ਤੁਹਾਡੀ ਜਿਹੜੀ ਹੈ ਨਾ ਇੱਕ ਇੱਥੇ ਭਾਜੀ ਗ੍ਰੇਡ ਪੁਆਇੰਟ ਐਵਰੇਜ ਜਿਹਨੂੰ GPA ਕਹਿੰਦੇ ਆ, ਠੀਕ ਹੈ ਜੀ, ਉਹ 3.3 ਹੋਣੀ ਚਾਹੀਦੀ ਆ ਅਗਰ ਤੁਸੀਂ ਇੱਥੇ ਪਾਰਟ ਟਾਈਮ ਜਿਹੜੀ ਜੌਬ ਲੈਣੀ ਆ, ਠੀਕ ਹੈ, ਯੂਨੀਵਰਸਿਟੀ ਕੈਂਪਸ ਦੇ ਵਿੱਚ। ਹਾਂਜੀ।
ਉਹ ਇੱਕ ਸਮੈਸਟਰ ਕੰਪਲੀਟ ਕਰਕੇ ਤੁਸੀਂ ਉਹ ਤੁਹਾਡੇ ਜਿਹੜੇ ਸਟੂਡੈਂਟ ਪੋਰਟਲ ਹੁੰਦੇ ਆ ਉਹਨਾਂ ਵਿੱਚ ਆ ਜਾਂਦੀ ਆ ਕਿ ਹਾਂ ਵੀ ਇਦਾਂ ਕਰਕੇ ਓਪਨਿੰਗ ਖੁੱਲੀਆਂ ਤਾਂ ਤੁਸੀਂ ਉਹ ਜੁਆਇਨ ਕਰ ਸਕਦੇ ਆ। ਸੋ ਜਿਹੜੀ ਠੀਕ 3.3 GPA ਆਉਂਦੀ ਕਿੱਦਾਂ ਹੈ ਕਿ ਅਗਰ ਤੁਸੀਂ ਹਰੇਕ ਸਬਜੈਕਟ ਦੇ ਵਿੱਚ 80% ਨੰਬਰ ਲਏ ਆ, ਉਹਨਾਂ ਦੀ ਐਵਰੇਜ ਜਿਹੜੀ ਆ ਤੁਹਾਡੀ 80% ਓਵਰਆਲ ਤੁਹਾਨੂੰ ਆਉਂਦਾ ਆ, ਉਹਦਾ A ਗ੍ਰੇਡ ਬਣਦਾ। ਤਾਂ A ਗ੍ਰੇਡ ਦੀ ਜਿਹੜੀ ਉਹਨਾਂ ਨੇ ਐਵਰੇਜ ਕੱਢੀ ਉਹ 3.3 GPA ਕੱਢੀ ਆ ਉਹਨਾਂ ਨੇ। ਠੀਕ ਹੈ। ਅਗਰ ਤੁਹਾਡੀ ਇੰਨੀ ਹੈਗੀ ਐਵਰੇਜ, ਤੁਹਾਡੀ GPA ਤੁਹਾਡਾ 3.3 ਆ, ਦੈਨ ਯੂ ਆਰ ਐਲੀਜੀਬਲ ਫॉर ਡੂਇੰਗ ਪਾਰਟ ਟਾਈਮ ਵਰਕ। ਠੀਕ ਹੈ ਜੀ। ਠੀਕ ਹੈ। ਉਹ ਫਿਰ ਤੁਸੀਂ 12 ਤੋਂ 20 ਘੰਟੇ ਕੰਮ ਕਰ ਸਕਦੇ ਆ, ਆਪਣੀ ਸਟੱਡੀ ਦੇ ਰਿਲੇਟਡ ਹੀ ਕੰਮ ਕਰ ਸਕਦੇ ਆ, ਔਰ ਕੈਂਪਸ ਦੇ ਵਿੱਚ ਕਰ ਸਕਦੇ ਆ ਸਿਰਫ। ਅੱਛਾ, ਆਊਟ ਆਫ ਕਿਸੇ ਸਟੋਰ ਵਗੈਰਾ ਦੇ ਬਾਹਰ ਲੀਗਲੀ ਨਹੀਂ ਸਟੋਰ ਨਹੀਂ ਕਰ ਸਕਦੇ, ਕਿਤੇ ਲੀਗਲੀ ਕਰ ਨਹੀਂ ਸਕਦੇ, ਔਰ ਇਹ ਸਿਰਫ ਤੁਸੀਂ 1 ਸਾਲ ਲਈ ਕਰ ਸਕਦੇ ਆ। ਠੀਕ ਉਹਦੇ ਹੈ। ਨਾਲ ਇਦਾਂ ਕਿ ਤੁਹਾਨੂੰ ਸਾਲ ਦਾ ਇੱਕ ਵਰਕ ਪਰਮਿਟ ਔਰ ਤੁਹਾਨੂੰ ਇੱਕ ਟੈਂਪਰੇਰੀ ਵਰਕ ਪਰਮਿਟ ਤੇ ਔਰ ਤੁਹਾਨੂੰ ਇੱਕ ਸੋਸ਼ਲ ਸਿਕਿਉਰਿਟੀ ਅਪਲਾਈ ਹੋ ਜਾਂਦੀ। ਪਰ ਸੋਸ਼ਲ ਸਿਕਿਉਰਿਟੀ ਤੇ ਲਿਖਿਆ ਹੁੰਦਾ ਕਿ ਜਦੋਂ ਤੱਕ ਇਹ ਵਰਕ ਪਰਮਿਟ ਹੈਗਾ ਆ ਉਦੋਂ ਤੱਕ ਹੀ ਸੋਸ਼ਲ ਸਿਕਿਉਰਿਟੀ ਯੂਜ਼ ਵਿੱਚ ਹੋ ਸਕਦੀ ਆ। ਸੋ ਇਹ ਸਿਰਫ ਇਹ ਪੇਡ ਵੀ ਹੋ ਸਕਦੀ ਆ ਜੌਬਸ ਜਿਹੜੀਆਂ ਇਹਦੇ ਰਿਲੇਟਡ, ਇਹ ਅਨਪੇਡ ਵੀ ਹੋ ਸਕਦੀਆਂ, ਪਰ ਇਹਦੇ ਵਿੱਚ ਜਿਹੜੀ ਵੇਜ ਆ ਉਹ ਬਿਲਕੁਲ ਮਿਨੀਮਮ ਦਿੰਦੇ ਆ। ਅੱਛਾ, ਮਿਨੀਮਮ ਵੇਜ। ਹਾਂਜੀ, ਕਿਸੇ ਸਟੇਟ ਦੇ ਵਿੱਚ, ਸਿਟੀ ਦੇ ਵਿੱਚ ਅਗਰ $7 ਵੇਜ ਆ ਤੇ ਤੁਹਾਨੂੰ ਉਹ $7 ਦੇ ਹਿਸਾਬ ਨਾਲ ਮਿਲਣੀ ਆ। ਸੋ 20 ਘੰਟੇ ਜੇ ਕੋਈ ਲਾ ਲਓ ਵੀ ਇੱਕ ਵੀਕ ਦੇ ਵਿੱਚ, ਜੇ ਕੋਈ 20 ਘੰਟੇ ਵੀ ਕੰਮ ਕਰਦਾ ਤੇ ਉਹਦੇ ਨਾਲ ਫਿਰ ਉਹਦਾ ਜੇਬ ਖਰਚਾ ਹੀ ਕੱਢ ਸਕਦਾ ਵਾ ਬੇਸਿਕਲੀ, ਆਪਣੀ ਫੀਸ ਵਗੈਰਾ ਤੇ ਨਹੀਂ ਤੁਸੀਂ ਕਰ ਸਕਦੇ। ਐਕਚੁਅਲੀ ਜਿਹੜਾ ਭਾਜੀ F1 ਜਿਹੜਾ ਵੀਜ਼ਾ ਨਾ ਉਹ ਤੇ ਲਿਖਿਆ ਹੀ ਇਹ ਹੋਇਆ ਕਿ ਤੁਸੀਂ ਆਓ, ਸਟੱਡੀ ਕਰੋ ਤੇ ਜਾਓ। ਠੀਕ ਹੈ। ਲਿਖਿਆ ਇਹੀ ਹੋਇਆ ਇਹਦੇ ਵਿੱਚ ਨਾ, ਮਤਲਬ ਇਹ ਇਸ ਵੀਜ਼ਾ ਹੀ ਇਸ ਤਰੀਕੇ ਦਾ ਹੈ। ਪਰ ਤੁਸੀਂ ਇਹਦੇ ਵਿੱਚ ਕਈ ਲੂਪ ਹੋਲ ਹੁੰਦੇ ਆ, ਤੁਸੀਂ ਕੱਢ ਸਕਦੇ ਆ ਆਪਣੇ ਆਪ। ਔਰ ਜਦੋਂ ਤੁਸੀਂ ਆਪਣੀ ਗ੍ਰੈਜੂਏਸ਼ਨ ਕੰਪਲੀਟ ਕਰ ਲੈਂਦੇ ਆ, ਦੈਨ ਤੁਸੀਂ ਆਪਣਾ OPT ਅਪਲਾਈ ਕਰ ਸਕਦੇ ਆ। ਉਹਨੂੰ ਕਹਿੰਦੇ ਆ ਆਪਸ਼ਨਲ ਪ੍ਰੈਕਟੀਕਲ ਟ੍ਰੇਨਿੰਗ ਉਹਨੂੰ ਕਹਿੰਦੇ ਆ। ਠੀਕ ਹੈ ਜੀ। ਉਹਦੇ ਵਿੱਚ ਇਹ ਹੁੰਦਾ ਕਿ ਤੁਸੀਂ ਆਪਣੀ ਜਿਹੜੀ ਸਟੱਡੀ ਕੀਤੀ ਆ ਉਸ ਸਟੱਡੀ ਦੇ ਰਿਲੇਟਡ ਤੁਸੀਂ ਜੌਬ ਕਰ ਸਕਦੇ ਆ ਇਸੇ ਕਿਸੇ ਵੀ ਕੰਪਨੀ ਦੇ ਵਿੱਚ, ਜਾਂ ਕਿਸੇ ਭਾਵੇਂ ਯੂਨੀਵਰਸਿਟੀ ਦੇ ਵਿੱਚ ਹੀ ਕਰਨਾ ਹੋਵੇ। ਪਰ ਇਹਦੇ ਵਿੱਚ ਇੱਕ ਗੱਲ ਹੈ ਕਿ ਹਾਂ ਵੀ ਤੁਸੀਂ ਬਾਹਰ ਨਿਕਲ ਕੇ ਕਰ ਸਕਦੇ ਫਿਰ। ਠੀਕ ਹੈ, ਮਤਲਬ ਇਹ ਤੁਹਾਡੀ 2 ਸਾਲ ਦੀ ਜਿਹੜੀ, ਜਦੋਂ ਫੋਰ ਐਗਜ਼ਾਮਪਲ ਕਿਸੇ 2 ਸਾਲ ਦਾ ਪ੍ਰੋਗਰਾਮ ਹੈ, ਇਹ 2 ਸਾਲ ਦੇ ਬਾਅਦ ਹਨਾ? ਹਾਂਜੀ, ਇਹਦੇ ਵਿੱਚ ਇੱਕ ਗੱਲ ਜਿਹੜੀ ਇਹਦੇ ਵਿੱਚ ਡਿਫਰੈਂਸ ਆ CPT ਔਰ OPT ਦੇ ਵਿੱਚ। ਜਿਹੜਾ CPT ਆ ਉਹ ਤੁਸੀਂ ਜਦੋਂ ਗ੍ਰੈਜੂਏਸ਼ਨ ਕਰ ਰਹੇ ਆ ਉਹਦੇ ਅੰਦਰ ਹੀ ਤੁਸੀਂ ਉਹ ਕੰਪਲੀਟ ਕਰਨੀ ਹੁੰਦੀ ਆ 1 ਸਾਲ ਲਈ। ਔਰ ਜਿਹੜਾ OPT ਆ ਤੁਸੀਂ ਉਹ ਗ੍ਰੈਜੂਏਸ਼ਨ ਕਰਨ ਤੋਂ ਬਾਅਦ 1 ਸਾਲ ਹੋਰ ਇੱਥੇ ਸਟੇ ਲੈ ਸਕਦੇ ਆ ਤੁਸੀਂ ਜੌਬ ਕਰਨ ਲਈ। ਉਹਦੇ ਵਿੱਚ ਆਵਰਸ ਵੀ ਵੱਧ ਜਾਂਦੇ ਆ, ਤੁਹਾਡੀ ਵੇਜ ਵੀ ਵੱਧ ਜਾਂਦੀ ਆ। ਠੀਕ ਹੈ ਜੀ। ਠੀਕ ਹੈ। ਬੇਸਿਕਲੀ ਤੁਸੀਂ ਆਪਣੀ ਜਿਹੜੀ ਸਟੱਡੀ ਦੇ ਰਿਲੇਟਡ ਜਿਹੜੀ ਇੱਕ ਪ੍ਰੋਫੈਸ਼ਨਲ ਜੌਬ ਨੂੰ ਤੁਸੀਂ ਲਰਨ ਕਰ ਰਹੇ ਹੋ, ਉਹ ਉਸ ਬੇਸ ਤੇ ਤੁਹਾਨੂੰ ਇੱਥੇ ਜੌਬਸ ਮਿਲ ਜਾਂਦੀਆਂ ਫਿਰ। ਤੇ ਉਹੀ ਜਿਹੜੀ ਇੱਕ ਬੈਸਟ ਆਪਸ਼ਨ ਹੁੰਦਾ ਕਿ ਹਾਂ ਵੀ ਤੁਸੀਂ ਇੱਥੇ 1 ਸਾਲ ਐਕਸਟਰਾ ਰਹਿ ਸਕਦੇ ਆ। ਅਦਰਵਾਈਜ਼ ਜਦੋਂ ਤੁਹਾਡੀ ਗ੍ਰੈਜੂਏਸ਼ਨ ਕੰਪਲੀਟ ਹੋ ਜਾਂਦੀ ਆ, ਤੁਹਾਡੇ ਕੋਲ 60 ਡੇਜ਼ ਹੀ ਆ। 60 ਡੇਜ਼ ਦੇ ਅੰਦਰ ਅੰਦਰ ਤੁਸੀਂ ਇੱਥੋਂ ਜਾਣਾ ਵਾਪਸ। ਇੱਕ ਭਾਈ ਕੁਐਸਚਨ ਮੇਰੇ ਇੱਕ ਥੋੜੀ ਜਿਹੀ ਕਨਫਿਊਜ਼ਨ ਆ। ਜਿਹੜੀ ਆਪਾਂ CPT ਦੀ ਗੱਲ ਕੀਤੀ ਆ, ਜਿਹੜਾ ਆਪਾਂ ਨੂੰ 20 ਆਵਰ ਵਿਦਿਨ ਕੈਂਪਸ ਵਰਕ ਪਰਮਿਟ ਮਿਲਦਾ ਵਾ, ਉਹ ਫਿਰ 1 ਸਮੈਸਟਰ ਤੋਂ ਬਾਅਦ ਮਿਲਦਾ ਵਾ। ਤੇ ਜਿਹੜਾ ਫਿਰ ਪਹਿਲਾ ਸਮੈਸਟਰ ਆ ਉਹਦੇ ਵਿੱਚ ਤੁਹਾਨੂੰ ਫਿਰ ਇਹਦਾ ਵਰਕ ਆਥੋਰਾਈਜੇਸ਼ਨ ਨਹੀਂ ਹੁੰਦੀ? ਇਹਦਾ ਮਤਲਬ ਪਹਿਲੇ ਸਮੈਸਟਰ 'ਚ ਨਹੀਂ ਹੁੰਦੀ। ਉਹਦੀ ਇਹਨਾਂ ਦੀ ਰਿਕੁਆਇਰਮੈਂਟ ਇਹ ਆ ਕਿ ਤੁਸੀਂ ਐਟਲੀਸਟ ਤੁਹਾਡੇ ਸਕੋਰ ਜਿਹੜੇ ਉਹ ਇੰਨੇ ਹੋਣੇ ਚਾਹੀਦੇ ਆ ਅਗਰ ਤੁਸੀਂ ਅਪਲਾਈ ਕਰਨਾ। ਔਰ ਤੁਸੀਂ ਆਪਣੀ ਸਟਰੀਮ ਦੇ ਵਿੱਚ ਹੀ ਕਰ ਸਕਦੇ, ਜਿਹੜੀ ਸਟੱਡੀ ਕਰ ਰਹੇ ਹੋ ਉਹਨਾਂ ਦੇ ਵਿੱਚ, ਉਹਦੇ ਰਿਲੇਟਡ ਹੀ ਤੁਸੀਂ ਜੌਬ ਕਰ ਸਕਦੇ ਆ। ਅਗਰ ਤੁਸੀਂ ਕੰਪਿਊਟਰ ਦੇ ਰਿਲੇਟਡ ਆ, ਤੁਸੀਂ ਅਗਰ ਲਾਇਬ੍ਰੇਰੀ 'ਚ ਕੰਮ ਕਰਨਾ ਤੇ ਕੰਪਿਊਟਰ ਦੇ ਰਿਲੇਟਡ ਹੀ ਕਰ ਸਕਦੇ ਆ। ਅਗਰ ਆਫਿਸ ਦੇ ਵਿੱਚ ਕਰਨਾ ਉਹਦੇ ਰਿਲੇਟਡ ਹੀ ਕਰ ਸਕਦੇ ਆ। ਸੋ ਡਿਪੈਂਡ ਕਰਦਾ ਕਿ ਤੁਸੀਂ ਕਿਹੜੀ ਚੀਜ਼ ਦੇ ਵਿੱਚ ਆਏ, ਕਿਹੜੀ ਫੀਲਡ ਦੇ ਵਿੱਚ ਇੱਥੇ ਆਏ ਕੰਮ ਕਰਨ ਜਾਂ ਸਟੱਡੀ ਕਰਕੇ। ਜਦੋਂ ਮੈਂ ਵਾਸ਼ਿੰਗਟਨ ਰਹਿੰਦਾ ਹੁੰਦਾ ਸੀ, ਵਾਸ਼ਿੰਗਟਨ DC, ਤੇ ਉਹ ਸ਼ਹਿਰ ਨਾ ਯੂਨੀਵਰਸਿਟੀਆਂ ਲਈ ਬੜਾ ਮਸ਼ਹੂਰ ਆ। ਤੇ ਮੈਂ ਉੱਥੇ ਥੋੜਾ ਚਿਰ ਉਬਰ ਵੀ ਚਲਾਈ ਆ, ਤੇ ਯੂਨੀਵਰਸਿਟੀ ਏਰੀਆ 'ਚ ਓਬਵੀਅਸਲੀ ਹਨਾ ਉੱਥੇ ਵੀ ਆਪਾਂ ਕੰਮ ਕਰੀਦਾ ਸੀ। ਤੇ ਉੱਥੇ ਮੈਨੂੰ ਬਹੁਤ ਜ਼ਿਆਦਾ ਸਟੂਡੈਂਟ, ਇੰਡੀਅਨ ਸਟੂਡੈਂਟ ਮਿਲਦੇ ਹੁੰਦੇ ਸੀ, ਬਹੁਤ ਜ਼ਿਆਦਾ। ਬਟ ਮੈਨੂੰ ਅੱਜ ਤੱਕ ਉੱਥੇ ਜਾਂ ਮੈਨੂੰ ਨਹੀਂ ਮਿਲਿਆ, ਜਾਂ ਇਹਦਾ ਮਤਲਬ ਘੱਟ ਹੀ ਸੀਗੇ, ਹੋ ਸਕਦਾ ਉੱਥੇ ਹੋਣ, ਪਰ ਮੈਨੂੰ ਪੰਜਾਬ ਤੋਂ ਸਟੂਡੈਂਟ ਬਹੁਤ ਘੱਟ ਦਿਖੇ। ਜਿਹੜੇ ਉੱਥੇ ਜ਼ਿਆਦਾਤਰ ਸਟੂਡੈਂਟ ਜਾਂ ਦਿੱਲੀ ਤੋਂ ਜਾਂ ਬੰਬੇ ਤੋਂ, ਮਤਲਬ ਕਿ ਸਾਊਥ ਤੋਂ ਹਨਾ, ਵੀ ਨੌਨ ਪੰਜਾਬੀ ਸਪੀਕਿੰਗ ਜਿਹੜੀਆਂ ਸਟੇਟਸ ਨੇ ਉੱਥੋਂ ਜ਼ਿਆਦਾ ਹੁੰਦੇ ਸੀਗੇ। ਤੇ ਉਹਨਾਂ ਨੇ ਕਈਆਂ ਨਾਲ ਮੈਂ ਗੱਲ ਵੀ ਕੀਤੀ, ਤੇ
ਉਹਨਾਂ ਨਾਲ ਗੱਲ ਕਰਕੇ ਮੈਨੂੰ ਇਦਾਂ ਲੱਗਦਾ ਸੀ ਵੀ ਇਹਨਾਂ ਦਾ ਜਿਹੜਾ ਮੇਨ ਮੋਟਿਵ ਆ, ਇਹ ਅਮਰੀਕਾ ਦੇ ਵਿੱਚ ਗ੍ਰੀਨ ਕਾਰਡ ਲੈਣਾ ਨਹੀਂ ਹੈਗਾ ਹਨਾ। ਇਹ ਇੱਥੇ ਸਿਰਫ ਸਟੱਡੀ ਕਰਨ ਆਏ ਆ। ਤੇ ਕਈ ਵਿੱਚੋਂ ਮੈਨੂੰ ਕਈ ਤੇ ਹਨਾ ਜਿੱਦਾਂ ਅਮੀਰ ਘਰਾਣਿਆਂ ਦੇ ਬੱਚੇ ਸੀ, ਉਹ ਤੇ ਹਨਾ ਪੈਸੇ ਉਹਨਾਂ ਦੇ ਇੰਡੀਆ ਤੋਂ ਪੇ ਕਰਕੇ, ਪਰ ਵਿੱਚੋਂ ਕਾਫੀ ਵੱਡੀ ਤਾਦਾਦ ਐਸੀ ਸੀ ਜਿਹੜੇ ਔਨ ਸਕਾਲਰਸ਼ਿਪ ਹੀ ਇੰਡੀਆ ਤੋਂ ਆਉਂਦੇ ਸੀ, ਜਾਂ ਉਹਨਾਂ ਦੀ ਇੰਡੀਅਨ ਗਵਰਨਮੈਂਟ ਪੇ ਕਰਦੀ ਸੀ, ਜਾਂ ਕੋਈ ਬੇਸਿਕ ਆਈ ਡੋਨਟ ਨੋ ਹਾਊ ਇਟ ਵਰਕਸ। ਤੇ ਤੁਸੀਂ ਜਿੱਥੇ ਸਟੱਡੀ ਕੀਤੀ ਹੈ, ਤੁਹਾਨੂੰ ਉੱਥੇ ਵੀ ਕਿੱਦਾਂ, ਉੱਥੇ ਜ਼ਿਆਦਾਤਰ ਸਟੂਡੈਂਟ ਜਿਹੜੇ ਇੰਟਰਨੈਸ਼ਨਲ ਸਟੂਡੈਂਟ ਆ ਕਿੱਥੋਂ ਦੇ ਦਿਖੇ? ਪੰਜਾਬ ਦੇ ਵੀ ਦਿਖੇ ਜਾਂ ਦੂਜੀਆਂ ਸਟੇਟਾਂ ਦੇ ਮੋਸਟਲੀ ਜ਼ਿਆਦਾ? ਭਾਜੀ ਮੈਨੂੰ ਵੀ ਜਿਹੜੇ ਇਹੀ ਦਿਖੇ ਸੀਗੇ, ਜਿਹੜੇ ਸਾਊਥ ਇੰਡੀਅਨ ਜਿਹੜੇ ਲੋਕ ਹੈਗੇ ਉਹੀ ਆਉਂਦੇ ਆ। ਐਕਚੁਅਲੀ ਆਪਣੇ ਪੰਜਾਬੀਆਂ ਦਾ ਇਦਾਂ ਹੈ ਕਿ ਹਾਂ ਵੀ ਆਪਾਂ ਜਦੋਂ ਕਿਸੇ ਬਾਹਰਲੀ ਕੰਟਰੀ ਚ ਆਉਣਾ ਹੁੰਦਾ ਨਾ, ਆਪਾਂ ਸਿਰਫ ਇੱਕ ਚੀਜ਼ ਨੂੰ ਦੇਖਦੇ ਕਿ ਪੈਸਾ ਕਿੱਦਾਂ ਕਮਾਉਣਾ ਉੱਥੇ ਨਾ। ਹਾਲਾਂਕਿ ਦੇਖਦੇ ਹਰੇਕ ਕੋਈ ਆ, ਪਰ ਆਪਣੀ ਮੈਂਟੈਲਿਟੀ ਇਹ ਹੈ ਕਿ ਹਾਂ ਵੀ ਠੋਕ ਕੇ ਜਲਦੀ ਕੁਇਕ ਮਨੀ, ਜਲਦੀ ਕੁਇਕ ਮਨੀ ਹੈ ਨਾ। ਸੋ ਇਦਾਂ ਹੀ ਆ। ਮੈਨੂੰ ਉੱਥੇ ਪੰਜਾਬੀ ਸੀਗੇ, ਇੱਕ ਮੁੰਡਾ ਸੀਗਾ ਮੇਰੇ ਨਾਲ, ਉਹ ਗ੍ਰੈਜੂਏਸ਼ਨ ਕਰਨ ਲਈ ਆਇਆ ਸੀਗਾ। ਆਪਣਾ ਪੰਜਾਬੀ ਮੁੰਡਾ ਸੀ, ਨਵੇਂ ਸ਼ਹਿਰ ਤੋਂ ਸੀਗਾ ਉਹ। ਪਰ ਉਹ ਪਹਿਲਾਂ ਜਿਹੜੀ ਸਟੱਡੀ ਆ ਉਹਦੀ ਕਰਕੇ ਆਇਆ ਸੀ, ਇੰਗਲੈਂਡ ਚੋਂ ਕਰਕੇ ਆਇਆ ਸੀਗਾ। ਓ ਠੀਕ ਠੀਕ ਠੀਕ। ਤੇ ਬੇਸ ਉਹਦਾ ਸਟਰੋਂਗ ਸੀ, ਬੇਸ ਉਹਦਾ ਕਾਫੀ ਸਟਰੋਂਗ ਸੀਗਾ। ਦੂਜਾ ਫਿਰ ਇਹ ਸੀਗਾ ਕਿ ਹਾਂ ਵੀ ਜਿਹੜੇ ਇੱਥੇ ਦੇ ਲੋਕਲ ਹੈਗੇ ਆਪਣੇ, ਜਿਹੜੇ ਪਰਮਨੈਂਟ ਰੈਜ਼ੀਡੈਂਸ ਆਲਰੇਡੀ ਹੈਗੇ ਇੱਥੇ ਦੇ, ਤੇ ਉਹ ਕੁਝ ਸੀਗੇ ਮੇਰੇ ਨਾਲ ਪੜ੍ਹਦੇ ਆਪਣੇ ਪੰਜਾਬੀ। ਠੀਕ ਹੈ, ਹਾਂਜੀ ਠੀਕ ਠੀਕ। ਏਦਾਂ ਨੀਗਾ ਕਿ ਹਾਂ ਵੀ ਇਕੱਲੇ ਸਿਰਫ ਸਾਊਥ ਇੰਡੀਅਨ ਹੀ ਆ, ਆਪਣੇ ਪੰਜਾਬੀ ਵੀ ਹੈਗੇ ਆ। ਪਰ ਆਪਣਾ ਇਹ ਹੁੰਦਾ ਕਿ ਹਾਂ ਵੀ ਕਲਾਸ ਲਾ ਲਈ, ਹਾਂਜੀ ਕਲਾਸ ਲਾ ਲਈ, ਬਸ ਠੀਕ ਆ ਹੁਣ ਕੰਮ ਤੇ ਜਾਓ। ਏਦਾਂ ਮਤਲਬ ਹਾਲਾਂਕਿ ਇੱਥੇ ਲੱਭ ਪੈਂਦੇ ਹੁੰਦਾ ਹੈ ਨਾ ਏਦਾਂ ਕੁਛ ਨਾ ਕੁਛ ਕੰਮ ਕਰਨ ਦਾ ਆਈਡੀਆ, ਬਟ ਸਟਿਲ ਉਹ ਮੋਸਟਲੀ ਇਹ ਸਾਊਥ ਇੰਡੀਅਨ ਜ਼ਿਆਦਾ ਲੱਭਦੇ ਆ। ਓਕੇ। ਤੇ ਲੈਟਸ ਸੇ ਭਾਜੀ ਹਨਾ ਵੀ ਚਲੋ ਆਪਣੀ ਗ੍ਰੈਜੂਏਸ਼ਨ ਵੀ ਹੋ ਗਈ, ਉਹਦੇ ਬਾਅਦ ਆਪਾਂ 1 ਸਾਲ ਦਾ OPT ਜਿਹੜਾ ਪ੍ਰੋਗਰਾਮ ਸੀਗਾ, ਆਪਸ਼ਨਲ ਪ੍ਰੈਕਟਿਸ ਟ੍ਰੇਨਿੰਗ ਆਈ ਥਿੰਕ ਤੁਸੀਂ ਦੱਸਿਆ, ਉਹ ਵੀ ਹੋ ਗਿਆ। ਉਹਦੇ ਬਾਅਦ ਜੇ ਤੁਸੀਂ ਹੋਰ ਅਮਰੀਕਾ ਦੇ ਵਿੱਚ ਰਹਿ ਕੇ ਆਪਣੇ ਪ੍ਰੋਫੈਸ਼ਨ ਦੇ ਅਕੋਰਡਿੰਗ ਹੀ ਕੰਮ ਕਰਨਾ ਹੋਏ, ਤੇ ਉਹਦੇ ਲਈ ਫਿਰ ਕੀ ਆਪਸ਼ਨ ਹੁੰਦਾ? ਫਿਰ ਉਹ ਕਿੱਦਾਂ ਰਹਿੰਦਾ, ਲੌਂਗ ਟਰਮ ਕਿੱਦਾਂ ਰਹਿ ਸਕਦਾ ਇੱਥੇ? ਸਭ ਨੂੰ ਵਧੀਆ ਭਾਜੀ ਜਿਹੜੀ ਤਾਂ ਹੈਗੀ ਇੱਥੇ ਦੀ ਟੈਕਨੋਲੋਜੀ ਜਿਹੜੀ ਫੀਲਡ ਹੈ ਨਾ, ਸਭ ਨੂੰ ਬੈਸਟ ਆ। ਕਿਉਂਕਿ US ਜਿਹੜੀ ਉਹ ਐਡਵਾਂਸ ਇਸ ਚੀਜ਼ ਦੇ ਰਿਲੇਟਿਡ ਹੈ ਨਾ, ਐਡਵਾਂਸ ਹੈ, ਸਭ ਨੂੰ ਜ਼ਿਆਦਾ ਚੱਲ ਰਿਹਾ। ਸੋ ਜਿਹੜੀ ਜੇ ਅਗਰ ਤੁਸੀਂ ਇੱਥੇ ਰਹਿਣਾ ਚਾਹੁੰਦੇ ਆ, ਔਰ ਅਗਰ ਸੋਚਦੇ ਆ ਕਿ ਗ੍ਰੀਨ ਕਾਰਡ ਇੱਥੇ ਹੋਲਡਰ ਹੋ ਜਾਣ, ਸੋ ਵੈਰੀ ਫਰੈਂਕਲੀ ਇਹ ਟਰੂ ਆ ਕਿ ਹਾਂ ਵੀ ਇੱਥੇ ਗ੍ਰੀਨ ਕਾਰਡ ਹੁੰਦਿਆਂ ਨੂੰ ਲੋਕਾਂ ਨੂੰ 10 ਸਾਲ ਤੋਂ 12 ਸਾਲ ਲੱਗ ਜਾਂਦੇ ਆ। ਤੁਸੀਂ ਆਪਣਾ ਜਿਹੜਾ ਸਟੂਡੈਂਟ, ਜਿੱਦਾਂ ਹੁਣ ਮੈਂ OPT ਦਾ ਤੁਹਾਨੂੰ ਦੱਸਿਆ ਹੈ ਨਾ ਜੀ, ਇਦਾਂ ਹੀ ਤੁਸੀਂ ਜਦੋਂ ਕੰਪਨੀਆਂ ਦੇ ਨਾਲ ਲਿੰਕ ਹੋ ਜਾਂਦੇ, ਤੁਹਾਨੂੰ ਅਗਰ ਕੋਈ ਕੰਪਨੀ ਹਾਇਰ ਕਰ ਲੈਂਦੀ ਆ, ਤੁਸੀਂ ਆਪਣਾ ਵੀਜ਼ਾ H1B ਤੇ ਕਨਵਰਟ ਕਰਾਉਣਾ ਹੁੰਦਾ। ਔਰ ਜਦੋਂ ਉਹਨਾਂ ਦਾ ਮਤਲਬ ਕੰਟਰੈਕਟ ਮੁੱਕ ਜਾਂਦਾ, ਦੈਨ ਤੁਸੀਂ ਹੋਰ ਕੰਪਨੀ ਨਾਲ ਕਰਦੇ ਆ ਕੰਮ, ਠੀਕ ਹੈ, ਫੇਰ ਐਕਸਟੈਂਡ ਕਰਾਉਨੇ ਆ ਉਹਨੂੰ। ਜਿੱਦਾਂ ਆਪਣਾ ਜਿਹੜਾ ਵਰਕ ਪਰਮਿਟ ਆ, ਤੁਸੀਂ ਬਾਰ-ਬਾਰ 2-2 ਸਾਲ ਕਰਕੇ ਉਹਨਾਂ ਨੂੰ ਐਕਸਟੈਂਡ ਕਰਾ ਰਹੇ ਹੋ। ਠੀਕ ਹੈ। H1B ਇਦਾਂ ਹੀ ਆ ਕਿ ਤੁਸੀਂ ਉਹ ਐਕਸਟੈਂਡ ਕਰਾ ਰਹੇ ਹੋ। H1B ਹੈ ਕੀ ਆ ਕਿ ਉਹ ਸਿਰਫ ਇੱਕ ਲੇਬਰ ਨੂੰ ਤੁਸੀਂ ਹਾਇਰ ਕਰ ਰਹੇ ਹੋ ਕਿਸੇ ਹੋਰ ਕੰਟਰੀ ਚੋਂ, ਠੀਕ ਹੈ ਜੀ, ਕਿ ਤੁਹਾਡਾ ਜਿਹੜਾ EMPLOYER ਆ, US ਦਾ EMPLOYER ਆ, ਉਹ ਲੇਬਰ ਹਾਇਰ ਕਰ ਰਿਹਾ ਕਿਸੇ ਹੋਰ ਕੰਟਰੀ ਚੋਂ ਕਿ ਤੁਹਾਡੇ ਲਈ ਉਹ ਕੰਮ ਕਰੇ। ਤੇ ਕਿੰਨਾ ਚਿਰ ਕੰਮ ਕਰੂਗਾ ਉਹ EMPLOYER ਤੇ ਆ ਕਿ ਹਾਂ ਵੀ ਤੁਹਾਨੂੰ ਵੀ 2 ਸਾਲ ਦਾ ਕੰਮ ਦਿੱਤਾ, ਉਹਦੇ ਤਰਸ ਤੇ ਆ। ਹਾਂਜੀ, ਉਹ ਬਸ ਉਦਾਂ ਹੀ ਆ। ਬਸ ਉਹ ਜਿੱਦਾਂ ਤੁਸੀਂ ਅਪਲਾਈ ਕਰੀ ਜਾਂਦੇ ਆ, ਤੁਸੀਂ ਇੱਥੇ ਟੈਕਸ ਪੇ ਕਰੀ ਜਾਂਦੇ ਆ, ਤੁਸੀਂ ਆਪਦੀ ਹੌਲੀ-ਹੌਲੀ ਕੰਪਨੀ ਖੋਲ ਲਈ ਆ। ਕਿਉਂਕਿ ਵਰਕ ਪਰਮਿਟ ਜਦੋਂ ਆ ਗਿਆ, ਤੁਹਾਡੇ ਕੋਲ ਸੋਸ਼ਲ ਆ ਗਿਆ, ਤੁਹਾਡਾ ਬੈਂਕ ਅਕਾਊਂਟ ਸਭ ਕੁਝ ਖੁੱਲ ਗਿਆ, ਬੈਂਕਾਂ ਨੇ ਲੋਨ ਦੇਣੇ ਸ਼ੁਰੂ ਕਰ ਦਿੱਤੇ, ਤੁਸੀਂ ਲੋਨ ਪੇ ਕਰੀ ਜਾਂਦੇ, ਤੁਸੀਂ ਲੀਗਲ ਆ। ਦੈਨ ਉਦੋਂ ਬਾਅਦ ਫਿਰ ਤੁਹਾਡਾ ਲਾਇਰ ਜਾਣਦਾ ਕਿ ਤੁਹਾਨੂੰ ਕਿੱਦਾਂ ਗ੍ਰੀਨ ਕਾਰਡ ਦਵਾਉਂਦਾ, ਤੇ ਜਾਂ ਤੁਸੀਂ ਜਾਣਦੇ ਕਿ ਕਿੱਦਾਂ ਤੁਸੀਂ ਲਿਆ। ਸੋ ਬਟ ਗ੍ਰੀਨ ਕਾਰਡ ਹੋਣ ਨੂੰ ਐਟਲੀਸਟ 10 ਤੋਂ 12 ਸਾਲ ਲੱਗ ਜਾਂਦੇ ਆ। ਕੈਨੇਡਾ ਵਾਂਗੂ ਨਿਗਾ ਕਿ ਹਾਂ ਵੀ ਤੁਸੀਂ ਆਓ ਤੇ ਤੁਸੀਂ 2 ਜਾਂ 3 ਸਾਲਾਂ ਬਾਅਦ ਇੱਥੇ ਗ੍ਰੀਨ ਕਾਰਡ ਹੋ ਜਾਓ, ਏਦਾਂ ਡੈਫੀਨੇਟਲੀ ਮੈਂ ਕਹਿ ਦਿੰਦਾ ਕਿ ਨਹੀਂ ਹੈਗਾ ਏਦਾਂ ਦਾ ਕੁਛ ਵੀ। ਤੇ ਜਿਹੜੇ ਭਾਜੀ ਨੇ ਵੀਜ਼ਾ ਕੈਟੇਗਰੀ ਦੀ ਗੱਲ ਕੀਤੀ H1B, ਤੇ ਇੱਕ ਉਹਦਾ ਦੂਜਾ ਨਾਂ ਵੀ ਰੱਖਿਆ ਵਾ, ਕਿਉਂਕਿ ਜਦੋਂ ਉਸ ਕੈਟੇਗਰੀ ਦੇ ਵਿੱਚ ਜਦੋਂ ਆਪਾਂ ਕੰਮ ਕਰਦੇ ਹਾਂ, ਤੇ ਆਪਾਂ ਤੁਹਾਡੀ ਜੌਬ ਇੱਕ ਤਰੀਕੇ ਨਾਲ, ਈਵਨ ਦੋ ਤੁਹਾਡੇ ਕੋਲ ਸਕਿੱਲ ਜੌਬ ਆ ਹਨਾ, ਹੁਣ IT ਦਾ ਕੰਮ ਜਿੱਦਾਂ ਮੇਰੇ ਵਰਗਾ ਬੰਦਾ IT ਦਾ ਕੰਮ ਨਹੀਂ ਕਰ ਸਕਦਾ ਹਨਾ, ਜਿਹਨੂੰ ਉਹਦੇ ਕੋਲ ਨੌਲੇਜ ਆ ਉਹੀ IT ਦਾ ਕੰਮ ਕਰ ਸਕਦਾ, ਜੋ ਵੀ ਕੋਡਿੰਗ ਵਗੈਰਾ ਜੋ ਵੀ ਹੁੰਦੀ ਆ। ਤੇ ਉਹਦੇ ਕੋਲ ਸਕਿੱਲ ਹੋਣ ਦੇ ਬਾਵਜੂਦ ਵੀ ਉਹਦੀ ਜਿਹੜੀ ਜੌਬ ਸਿਕਿਉਰ ਨਹੀਂ ਹੁੰਦੀ ਹਨਾ, ਉਹ ਉਹਦੇ EMPLOYER ਦੇ ਉੱਤੇ ਡਿਪੈਂਡ ਕਰਦੀ ਹੈ। ਜੇ ਉਹਨੂੰ ਲੱਗਿਆ ਵੀ ਮੈਨੂੰ ਹੋਰ ਬੰਦੇ ਨਹੀਂ ਚਾਹੀਦੇ, ਉਹ ਤੁਹਾਨੂੰ ਕਿਸੇ ਵੀ ਟਾਈਮ ਹਨਾ ਤੁਹਾਡਾ ਵੀਜ਼ਾ ਐਕਸਟੈਂਡ ਕਰਨ ਤੋਂ ਮਨਾ ਕਰ ਸਕਦਾ। ਤੇ ਉਹਨੂੰ ਸਲੇਵਰੀ ਵੀਜ਼ਾ ਵੀ ਕਹਿ ਦਿੰਦੇ ਮੇਰੇ ਖਿਆਲ ਨਾਲ ਨਾ ਭਾਜੀ, H1B ਵੀ ਸਲੇਵ ਐਜ਼ ਅ ਸਲੇਵ ਵੀ ਹੈ ਹੀ ਏਦਾਂ ਸਲੇਵਰੀ ਵੀਜ਼ਾ ਹੀ ਹੈ ਇੱਕ ਹਿਸਾਬ ਦਾ।
ਕਿ ਵੀ ਤੁਹਾਨੂੰ ਤੁਹਾਨੂੰ ਬਸ ਇੱਕ ਉਹਨਾਂ ਹਿਸਾਬ ਦਾ ਨੇ ਹਾਇਰ ਕੀਤਾ। EMPLOYER ਦੇ ਤਰਸ ਤੇ ਹੀ ਹੁੰਦਾ ਵਾ। ਤੇ ਹਾਂ ਇਹ EMPLOYER ਉਹ ਨਹੀਂ ਹੈਗੇ ਵੀ ਕਿੱਦਾਂ ਕੋਈ ਰੈਸਟੋਰੈਂਟ ਦਾ ਮਾਲਕ ਹੈ ਕੋਈ, ਇਹ EMPLOYER ਉਹ ਨੇ ਜਿਨ੍ਹਾਂ ਦੀਆਂ ਆਪਣੀਆਂ ਕੰਸਲਟਿੰਗ ਕੰਪਨੀਆਂ ਨੇ ਜਾਂ ਕੋਈ ਹਨਾ ਗਵਰਨਮੈਂਟ ਕੰਟਰੈਕਟਸ ਨੇ ਉਹਨਾਂ ਕੋਲ, ਤੇ IT ਰਿਲੇਟਡ ਕੰਮ ਕਰਦੇ ਨੇ। ਜਿਹੜੀਆਂ ਤੇ ਤਗੜੀਆਂ ਕੰਪਨੀਆਂ ਉਹ ਆ ਜਿਹੜੇ ਹਾਇਰ ਕਰਦੇ ਇਦਾਂ ਦੇ। ਹਾਂਜੀ ਹਾਂਜੀ ਹਾਂਜੀ। ਤੇ ਭਾਜੀ ਇੱਕ ਹੁਣ ਮੇਰਾ ਚੈਨਲ ਟਰੱਕਿੰਗ ਵਾਲਾ ਵਾ, ਤੇ ਤੁਸੀਂ ਹਾਂਜੀ ਵੀ ਹੁਣ ਹਾਂਜੀ ਟਰੱਕ 'ਚ ਹੀ ਬੈਠੇ ਆ, ਤੇ ਜਿਹੜਾ ਹੁਣ ਮੈਨੂੰ ਕਈ ਵਾਰੀ ਹੈ ਨਾ ਸੋਚ ਕੇ, ਚਲੋ ਕੁਐਸਚਨ ਆ ਜਿਹੜਾ ਮੈਨੂੰ ਪਤਾ ਸਾਰਿਆਂ ਨੇ ਪੁੱਛਣਾ ਵਾ, ਆਪਾਂ ਵੀ ਪੁੱਛ ਹੀ ਲੈਂਦੇ ਆ। ਜਦੋਂ ਆਪਾਂ ਅਮਰੀਕਾ ਦੇ ਵਿੱਚ ਐਜ਼ ਅ ਸਟੂਡੈਂਟ ਵੀਜ਼ੇ ਤੇ ਹੁੰਦੇ ਆ, ਕੀ ਸਾਨੂੰ ਆਪਾਂ ਟਰੱਕ ਚਲਾ ਪਾਵਾਂਗੇ ਉਦੋਂ ਉਸ ਪੀਰੀਅਡ ਦੇ ਦੇਖ ਲਓ ਦੌਰਾਨ? ਜੀ, ਮੈਂ ਗੱਲਾਂ IT ਦੀ ਕਰਨ ਦਿਆ ਤਾਂ ਬੈਠਾ ਟਰੱਕ 'ਚ ਆ। ਸੋ ਇਹਦੇ ਵਿੱਚ ਇਦਾਂ ਹੈ ਜੀ, ਜਿੱਦਾਂ ਮੈਂ ਤੁਹਾਨੂੰ ਦੱਸ ਕੇ ਹਟਿਆ ਕਿ ਅਗਰ ਕੋਈ ਵੱਡੀ ਕੰਪਨੀ ਤੁਹਾਨੂੰ ਹਾਇਰ ਕਰ ਲੈਂਦੀ ਆ, ਉਹ ਮੇਬੀ ਟਰੱਕਿੰਗ ਵਾਲੀ ਵੀ ਹੋ ਸਕਦੀ ਆ। ਜੀ ਹਾਇਰ ਤੁਹਾਨੂੰ ਕਿਸ ਫੀਲਡ ਦੇ ਵਿੱਚ ਕਰਦੀ ਆ ਉਹ ਡਿਪੈਂਡ ਕਰਦਾ। ਅਗਰ ਮਤਲਬ ਇਹ ਤਾਂ ਸ਼ੋਰ ਹੈ ਕਿ ਐਵੇਂ ਤੁਸੀਂ ਡਰਾਈਵਰ ਲਈ ਇੱਥੇ ਸਟੱਡੀ ਤਾਂ ਕਰ ਨਹੀਂ ਸਕਦੇ, ਡਰਾਈਵਿੰਗ ਸਕੂਲ ਲਈ ਹਾਂ ਤੁਸੀਂ ਹਾਂ ਸਟੱਡੀ ਇੱਥੇ ਨਹੀਂ ਕਰ ਸਕਦੇ। ਠੀਕ ਹੈ, ਕੋਈ ਇਦਾਂ ਹਾਂ ਦਾ ਸਕੂਲ ਹੈ ਨਹੀਂਗਾ ਕਿ ਜਿਹੜਾ ਅਪਰੂਵਡ ਹੋਵੇ ਕਿ ਹਾਂ ਵੀ ਤੁਸੀਂ ਬਾਹਰੋਂ ਲਿਆਓ ਤੇ ਅਸੀਂ ਡਰਾਈਵਿੰਗ ਸਿਖਾਉਂਦੇ ਦਿਨ ਹਨਾ ਟਰੱਕ ਹਾਂ। ਤੇ ਚੜ ਜਾਓ, ਇਦਾਂ ਨਹੀਂ ਹੈਗਾ। ਹੂੰ। ਅਗਰ ਕੋਈ ਟਰੱਕਿੰਗ ਕੰਪਨੀ ਤੁਹਾਨੂੰ ਅਕਾਊਂਟਸ ਲਈ ਹਾਇਰ ਕਰ ਲੈਂਦੀ ਆ, ਜਾਂ ਕਿਸੇ ਓਕੇ ਹੋਰ ਚੀਜ਼ ਲਈ ਜਾਂ ਡਿਸਪੈਚ ਲਈ ਹਾਇਰ ਕਰਦੀ ਆ, ਜਾਂ ਠੀਕ ਹੈ। ਤੁਹਾਨੂੰ ਕਿਸੇ ਸਪੈਸ਼ਲ ਕਿਸੇ ਮਕੈਨੀਕਲ ਦੇ ਰਿਲੇਟਡ ਤੁਹਾਨੂੰ ਹਾਇਰ ਕਰਦੀ ਆ, ਦੈਟ ਇਜ਼ ਡਿਫਰੈਂਟ ਕੇਸ ਹੈ ਨਾ। ਉਹ ਓਕੇ ਤੁਸੀਂ ਤੁਹਾਨੂੰ ਉਹ ਡਿਫਰੈਂਟ। ਕੰਪਨੀ ਨੇ ਇੱਕ ਆਫਰ ਦਿੱਤਾ ਹੈ ਤੇ ਦੈਨ ਤੁਸੀਂ ਉਹਦੇ ਵਾਸਤੇ ਅਪਲਾਈ ਕਰ ਸਕਦੇ ਆ। ਪਰ ਆਈ ਡੋਂਟ ਥਿੰਕ ਸੋ ਕਿ ਤੁਸੀਂ ਟਰੱਕ ਚਲਾ ਸਕਦੇ ਆ ਅਗਰ ਤੁਹਾਡੇ ਕੋਲ H1B ਵੀਜ਼ਾ ਹੈਗਾ ਆ, ਜਾਂ ਤੁਸੀਂ ਠੀਕ ਹੈ ਕਿਸੇ ਕੰਪਨੀ ਦੇ ਵਿੱਚ ਟਰੱਕਿੰਗ ਕੰਪਨੀ ਦੇ ਵਿੱਚ ਗਏ ਆ। ਜਿੱਦਾਂ ਹੁਣ ਠੀਕ ਹੈ। ਵਾਲਮਾਰਟ ਆ, ਹੁਣ ਜੇ ਅਗਰ ਹੂੰ ਤੁਸੀਂ ਵਾਲਮਾਰਟ ਦੇ ਉੱਤੇ ਅਪਲਾਈ ਕਰੋ ਡਰਾਈਵਿੰਗ ਹੂੰ ਲਈ, ਹੂੰ ਤੁਹਾਨੂੰ ਵਾਲਮਾਰਟ ਪੁੱਛਦਾ ਹੈ ਕਿ ਹਾਂ ਵੀ ਤੁਹਾਡਾ ਜਿਹੜਾ ਸਟੇਟਸ ਉਹ ਇੱਥੇ ਕੀ ਹੈ, ਤੁਹਾਡਾ ਹੂੰ ਸਿਟੀਜ਼ਨ ਸਟੇਟਸ ਆ, ਤੁਸੀਂ ਪਰਮਾਨੈਂਟ H1B ਤੇ ਆ, ਜਾਂ ਤੁਸੀਂ ਪਰਮਾਨੈਂਟ ਰੈਜ਼ੀਡੈਂਸ ਆ। ਹੁਣ ਮੈਂ ਅਗਰ ਹੁਣ ਮੰਨ ਲਓ ਕਿ ਮੈਂ ਟਰੱਕ ਚਲਾਉਣਾ, ਮੈਂ ਪਰਮਾਨੈਂਟ ਰੈਜ਼ੀਡੈਂਸ ਆ, ਉਹ ਮੈਂ ਕਿੱਦਾਂ ਬਣਿਆ ਮੈਂ ਤੁਹਾਨੂੰ ਦੱਸ ਦਿੰਦਾ ਨਾ। ਪਰ ਮੈਂ IT ਦਾ ਕੰਮ ਮੈਂ ਆਪਣਾ ਫ੍ਰੀਲੈਂਸ ਤੇ ਕਰਦਾ, ਮੇਰੇ ਕੋਲ ਲੈਪਟਾਪ ਹੈਗਾ, ਮੈਂ ਜਦੋਂ ਆਪਾਂ 10 ਘੰਟੇ ਪਾਈਦੇ ਆ ਜਾਂ ਲੋਡ ਲਾਡ ਚੱਕੀਦਾ ਆ, ਉਦੋਂ ਮੈਂ ਉਹ ਫ੍ਰੀਲੈਂਸ ਆਪਦਾ ਕਰਦਾ ਰਹਿਣਾ। ਮਤਲਬ ਆਪਦਾ ਕੰਮ ਮੈਂ ਕਰਦਾ ਆ, ਮਤਲਬ ਮੈਂ ਕਿਸੇ ਦੇ ਅੰਡਰ ਲੱਗਾ ਠੀਕ ਨਹੀਂ ਹੋਇਆ। ਠੀਕ 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 ਠੀਕ। ਤੇ ਬੇਸਿਕਲੀ ਕਹਿਣ ਦਾ ਮਤਲਬ ਇਹ ਆ ਵੀ ਇੱਕ ਤੇ ਹਨਾ ਮੈਨੂੰ ਤਾਂ ਉਦਾਂ ਨਹੀਂ, ਜਿੱਦਾਂ ਮੈਨੂੰ ਇੱਕ ਵੀਰ ਨੇ ਪੁੱਛਿਆ ਵੀ ਸੀ ਕਿ ਭਾਈ, ਉਹਨਾਂ ਨੇ ਨਾ ਮੇਰੇ ਕੋਲ ਕਿਹਾ ਭਾਈ ਤੁਸੀਂ ਸਲਾਹ ਦਿਓ, ਮੈਂ ਵੀ ਆਉਣਾ ਚਾਹੁੰਦਾ ਬਾਹਰ ਨਾ, ਵੀ ਅਮਰੀਕਾ ਆਉਣਾ ਚਾਹੁੰਦਾ ਵਾ, ਤੇ ਮੈਨੂੰ ਸਲਾਹ ਦਿਓ। ਤੇ ਮੇਰੇ ਖਿਆਲ ਨਾਲ ਉਹ ਭਰਾ ਮੇਰਾ ਯੰਗ ਹੀ ਸੀਗਾ, ਤੇ ਉਹਨੂੰ ਮੈਂ ਪੁੱਛਿਆ ਵੀ ਤੂੰ ਕੀ ਕਰਦਾ ਨਾ, ਉਹ ਕਹਿੰਦਾ ਹਜੇ ਮੈਂ 12ਵੀਂ ਚ ਗ੍ਰੈਜੂਏਟ ਹੋਇਆ। ਤੇ ਮੈਂ ਕਿਹਾ ਜੇ ਸਹੀ ਸਲਾਹ ਮੈਂ ਤੈਨੂੰ ਦੇਣੀ ਆ, ਤੇ ਕੋਈ ਪੰਜਾਬ ਦੇ ਵਿੱਚ ਜਾਂ ਦਿੱਲੀ ਦੇ ਵਿੱਚ ਕੋਈ ਵਧੀਆ IT ਯੂਨੀਵਰਸਿਟੀ, ਮਕੈਨੀਕਲ ਇੰਜੀਨੀਅਰਿੰਗ ਇਦਾਂ ਦੀ ਕੋਈ ਵੀ ਯੂਨੀਵਰਸਿਟੀ ਕਰਕੇ ਉੱਥੋਂ ਗ੍ਰੈਜੂਏਟ ਹੋ, 4 ਸਾਲ ਦਾ ਪ੍ਰੋਗਰਾਮ ਕਰ, ਤੇ ਵਧੀਆ ਨੰਬਰ ਲੈ ਕੇ ਆ, ਤੇ ਉਹਦੇ ਬਾਅਦ ਮਾਸਟਰਸ ਲਈ ਅਪਲਾਈ ਕਰ ਅਮਰੀਕਾ। ਇੱਥੇ ਆ ਕੇ 2 ਸਾਲ ਦੀ ਆਪਣੀ ਪੜ੍ਹਾਈ ਕੰਪਲੀਟ ਕਰ, ਉਹਦੇ ਬਾਅਦ ਤੇਰੇ ਲਈ ਓਪਰਚੁਨਿਟੀਜ਼ ਬਹੁਤ ਖੁੱਲ ਜਾਣਗੀਆਂ। ਤੇ ਉਹ ਵੀਰ ਮੇਰੇ ਦਾ ਹਨਾ, ਚਲੋ ਆਪਾਂ ਨੂੰ ਕਹਿਣਾ ਚਾਹੀਦਾ, ਉਹਨੇ ਆਪਣੀ ਸਮਝ ਮੁਤਾਬਕ, ਉਹਦਾ ਅੱਗੋਂ ਕੁਐਸਚਨ ਇਹ ਸੀ ਕਿ ਵੀਰ ਜੀ ਮੈਂ ਇਹਦੇ ਬਾਅਦ ਟਰੱਕ ਚਲਾ ਸਕਦਾ। ਤੇ ਮੈਂ ਉਹਨੂੰ ਆਖਿਆ ਵੀਰ ਜਦੋਂ ਤੂੰ ਇੰਨਾ ਜ਼ਿਆਦਾ ਹਾਈਲੀ ਕੁਆਲੀਫਾਈਡ ਹੋ ਜਾਏਗਾ, ਤੇ ਟਰੱਕ ਤੇ ਇੱਕ ਲੇਬਰ ਕਲਾਸ ਚ ਜੌਬ ਆ ਜਾਣੀ, ਵੀ ਇੰਨੇ ਪਰ ਪੜ੍ਹਨ ਦੀ ਕੀ ਲੋੜ ਆ ਹਨਾ। ਵੀ ਜੇ ਤੁਸੀਂ ਸੋਚਦੇ ਆ ਵੀ ਅਸੀਂ ਸਟੂਡੈਂਟ ਵੀਜ਼ਾ ਅਮਰੀਕਾ ਆ ਕੇ ਟਰੱਕ ਚਲਾਉਣ ਲਈ ਆਉਣਾ, ਤੇ ਮੇਰੇ ਖਿਆਲ ਨਾਲ ਇਹ ਵੀਜ਼ਾ ਰਾਈਟ ਨਹੀਂ ਹੈਗਾ। ਬਟ ਹੁਣ ਤੁਸੀਂ ਵੀ ਭਾਈ ਟਰੱਕ 'ਚ ਬੈਠੇ ਆ, ਤੇ ਆਪਾਂ ਹੁਣ ਇਹ ਦੱਸੋ ਵੀ ਤੁਸੀਂ ਫਿਰ ਕਿੱਦਾਂ ਸਬੱਬ ਬਣਿਆ ਵੀ ਤੁਸੀਂ ਪਰਮਾਨੈਂਟ ਰੈਜ਼ੀਡੈਂਟ ਕਿੱਦਾਂ ਬਣੇ ਹਨਾ, ਤੇ ਫਿਰ ਟਰੱਕ ਜਿਹਦੇ ਕਰਕੇ ਤੁਸੀਂ ਟਰੱਕ ਚਲਾਉਂਦੇ ਜੇ ਹੁਣ? ਪਹਿਲਾਂ ਤਾਂ ਜਿਹੜੇ ਵੀਰ ਨੇ ਸਵਾਲ ਪੁੱਛਿਆ ਸੀਗਾ ਉਹਨਾਂ ਨੂੰ ਤਾਂ ਵੀਡੀਓ ਦਿਖਾ ਦਿਓ ਜੀ, ਕੋਲ ਲੈ ਵੀ ਮੁੰਡਾ ਸਟੂਡੈਂਟ ਤੇ ਆਇਆ ਸੀਗਾ ਚਲਾ ਲੈਂਦਾ ਹੈ ਹਨਾ। ਹਾਂਜੀ ਪਰ ਇਹਦੇ ਵਾਸਤੇ ਭਾਜੀ ਜਿਹੜੀ ਮੈਂ ਜਿਹੜਾ ਇੱਥੇ ਗ੍ਰੀਨ ਕਾਰਡ, ਮੇਰੀ ਐਕਚੁਅਲੀ ਮੈਰਿਜ ਹੋ ਗਈ ਸੀਗੀ ਇੱਥੇ। ਹਾਂ ਮੇਰੀ ਵਾਈਫ ਜਿਹੜੇ ਠੀਕ ਉਹ ਸਿਟੀਜ਼ਨ ਆ, ਤੇ ਹਾਂ ਮੇਰਾ ਜਿਹੜਾ ਮੈਂ ਹਾਲਾਂਕਿ ਇਹ ਨਹੀਂ ਕਿ ਐਵੇਂ ਮੈਰਿਜ ਹੋ ਗਈ ਤਾਂ ਮੈਂ ਸਿੱਧਾ ਹੀ ਟਰੱਕ ਤੇ ਚੜ ਗਿਆ, ਮੈਂ ਆਪਣੀ ਸਟੱਡੀ ਕੰਪਲੀਟ ਕੀਤੀ। ਠੀਕ ਹੈ ਕੰਪਲੀਟ ਬਸ ਇਦਾਂ ਸੀਗਾ ਕਿ ਹਾਂ ਵੀ ਸਟੱਡੀ ਨੂੰ ਮੈਂ ਥੋੜੀ ਜਿਹੀ ਬ੍ਰੇਕ ਦੇ ਦਿੱਤੀ ਸੀ, ਕਿਉਂਕਿ ਅਗਰ ਜਦੋਂ ਇੱਥੇ ਪਰਮਨੈਂਟ ਰੈਜ਼ੀਡੈਂਸ ਹੋ ਜਾਂਦੇ, ਤੁਹਾਡੀ ਜਿਹੜੀ ਸਟੱਡੀ ਆ ਉਹ ਥੋੜੀ ਚੀਪ ਹੋ ਜਾਂਦੀ ਆ। ਸਸਤੀ ਸੋ ਹੋਈ ਮੈਂ ਅੱਧੀ ਜਿਹੜੀ ਸਟੱਡੀ ਥੋੜੀ ਕਾਸਟਲੀ ਕੰਪਲੀਟ ਕੀਤੀ, ਤੇ ਔਰ ਅੱਧੀ ਮੈਂ ਸਸਤੀ ਕੰਪਲੀਟ ਠੀਕ ਕੀਤੀ ਹੈ ਨਾ। ਪਰ ਮੈਂ ਇੱਥੇ ਜਿੱਦਾਂ ਹੁਣ ਵਿਆਹ ਹੋ ਗਿਆ ਸੀ, ਮੇਰੇ ਕੋਲ ਵਰਕ ਪਰਮਿਟ ਸਾਰਾ ਕੁਝ ਆ ਗਿਆ ਸੀ, ਗ੍ਰੀਨ ਕਾਰਡ ਆ ਗਿਆ ਸੀਗਾ। ਫਿਰ ਤੇ H1B ਵੀਜ਼ਾ ਵਗੈਰਾ ਇਹ ਕੀ ਚੀਜ਼ਾਂ ਮੈਟਰ, ਮੈਂ ਇਹ ਫਿਰ ਨਿਕਲ ਭਾਜੀ ਗਈਆਂ ਅਪਲਾਈ ਆਊਟ ਨਹੀਂ ਆਫ? ਕੀਤਾ ਪਿਆ। ਹਾਂ ਇਹ ਆਊਟ ਆਫ ਕੁਐਸਚਨ ਹੋ ਗਈਆਂ ਸਾਰੀਆਂ ਚੀਜ਼ਾਂ। ਹਾਂਜੀ, ਹਾਂਜੀ ਇਹ ਫਿਰ ਮੈਂ ਉਹਦੀ ਲੋੜ ਨਹੀਂ ਸੀਗੀ, ਮੈਂ ਸਿੱਧਾ ਹੀ ਇੱਥੇ ਪਰਮਨੈਂਟ ਰੈਜ਼ੀਡੈਂਸ ਹੋ ਗਿਆ ਫਿਰ। ਤੇ ਬਸ ਮੈਂ ਆਪਦਾ ਜਿੱਦਾਂ ਆਪਣੀ ਸਟੱਡੀ ਕੀਤੀ ਹੈ ਮੈਂ। ਟਰੱਕਿੰਗ ਦਾ ਬਿਜ਼ਨਸ ਤਾਂ ਆਇਆ ਕਿਉਂਕਿ ਟਰੱਕਿੰਗ ਦਾ ਜਿਹੜਾ ਬਿਜ਼ਨਸ ਆਪਾਂ ਜਿੱਦਾਂ ਗੱਲ ਕਰਦੇ ਹੁੰਦੇ ਕਿ ਇੱਕ ਇਹੋ ਜਿਹਾ ਬਿਜ਼ਨਸ ਜਿਹ 'ਚ ਥੋੜੇ ਪੈਸਿਆਂ ਦੇ ਨਾਲ ਵਧੀਆ ਕੁਇਕ ਤੁਸੀਂ ਲੈ ਸਕਦੇ ਹਨਾ। ਚਾਰਟ ਵਧੀਆ ਇੱਕ ਮਿਲ ਇਹ ਜੂਗਾ। ਬਿਜ਼ਨਸ ਹੈ, ਮੈਂ ਨਾਲ ਦੀ ਨਾਲ ਸਾਈਡ ਬਾਏ ਆਪਦਾ IT ਦਾ ਕਰੀ ਜਾਣਾ।
ਮੈਨੂੰ ਨਾ ਤਾਂ ਠੀਕ ਕਿਸੇ ਕੰਪਨੀ ਦੇ ਨਾਲ ਕੰਮ ਕਰਨ ਦੀ ਲੋੜ ਆ, ਮੈਂ ਫ੍ਰੀਲਾਂਸ ਉਹ ਕਰੀ ਜਾਂਦਾ, ਨਾਲ ਦੀ ਨਾਲ ਆਪਣਾ ਮੈਂ ਅਮਰੀਕਾ ਦੇਖੀ ਜਾਂਦਾ, ਨਾਲ ਟਰੱਕ ਚਲਾਈ ਜਾਂਦਾ। ਉਦਾਂ ਬੇਸਿਕਲੀ ਆਪਾਂ ਆਈਡੀਆ ਤੇ ਦੇ ਹੀ ਦਿੱਤਾ ਵੀ ਕਿਹਨੂੰ ਐਜ਼ ਅ ਸਟੂਡੈਂਟ ਵੀਜ਼ਾ ਹੋਣਾ ਚਾਹੀਦਾ, ਬਟ ਫਿਰ ਵੀ ਤੁਹਾਡੇ ਨਜ਼ਰੀਏ ਨਾਲ ਕਿਹੜਾ ਬੰਦਾ ਫਾਇਦੇ ਚ ਰਹੂਗਾ ਸਟੂਡੈਂਟ ਵੀਜ਼ੇ ਜਿੱਥੇ ਆ ਕੇ? ਮੇਰੇ ਨਜ਼ਰੀਏ ਨਾਲ ਜਿੱਦਾਂ ਐਕਚੁਅਲੀ ਪੰਜਾਬ ਦੀ ਹਾਲਤ ਹੈ ਨਾ, ਹਰੇਕ ਕੋਈ ਬਾਹਰ ਨਿਕਲਣਾ ਚਾਹੁੰਦਾ, ਹਰੇਕ ਕੋਈ ਚਾਹੁੰਦਾ ਕਿ ਹਾਂ ਵੀ ਉਹ 1 ਤੋਂ 50, 1 ਤੋਂ 60, 1 ਤੋਂ 70 ਬਣਾਉਣ ਛੇਤੀ ਛੇਤੀ, ਹਨਾ ਜੀ। ਸੋ ਅਗਰ ਅਗਰ ਕੋਈ ਕੈਨੇਡਾ ਜਾਂਦਾ ਬੇਸ਼ੱਕ ਜਾਵੇ, ਆਸਟ੍ਰੇਲੀਆ ਜਾਂਦਾ ਬੇਸ਼ੱਕ, ਆਪਣੇ ਆਪਣੇ ਫਿਊਚਰ ਲਈ ਜਾ ਰਿਹਾ, ਆਪਣੇ ਕਮਿੰਗ ਫਿਊਚਰ ਲਈ ਜਾ ਰਿਹਾ ਉਹ ਨਹੀਂ। ਅਗਰ ਤੁਸੀਂ ਯੂਐਸ ਟੂਰਿਸਟ ਤੇ ਨਹੀਂ ਆ ਪਾ ਰਹੇ, ਗ੍ਰੀਨ ਕਾਰਡ ਤੇ ਨਹੀਂ ਆ ਪਾ ਰਹੇ, ਜਾਂ ਸਿਟੀਜ਼ਨ ਸਿੱਧੇ ਨਹੀਂ ਆ ਪਾ ਰਹੇ, ਹਨਾ, ਤੁਹਾਡੇ ਕੋਲ ਇੱਕ ਆਪਸ਼ਨ ਜ਼ਰੂਰ ਹੈਗਾ ਸਟੂਡੈਂਟ ਦਾ, ਕਿ ਤੁਸੀਂ ਇੱਥੇ ਕਰ ਸਕਦੇ ਅਪਲਾਈ। ਆਫ ਕੋਰਸ ਜਿਹੜਾ ਗਵਾਚਾ ਬੰਦਾ ਰਾਹ ਲੱਭ ਹੀ ਲੈਂਦਾ। ਹਾਂਜੀ ਹਾਂਜੀ, ਗੁੱਡ ਕੁਐਸਚਨ, ਪਰ ਵੈਰੀ ਗੁੱਡ। ਤੁਸੀਂ ਇਹ ਆ ਕਿ ਹਾਂ ਵੀ ਯੂਐਸਏ ਤੁਸੀਂ ਸਟੱਡੀ ਵੀਜ਼ੇ ਤੇ ਆ ਸਕਦੇ ਆ, ਔਰ ਇਹਦੇ ਵਾਸਤੇ ਤੁਹਾਨੂੰ ਨਾ ਤਾਂ ਇੰਨੇ ਜ਼ਿਆਦਾ ਪੇਪਰ ਡਰਿਲ ਦੀ ਲੋੜ ਆ, ਤੁਹਾਨੂੰ ਹਾਰਡਲੀ $500-700 ਜ਼ਰੂਰ ਖਰਚਣਾ ਪੈਂਦਾ ਪਹਿਲਾਂ ਹਨਾ। ਫਿਰ ਇੱਥੇ ਆ ਕੇ ਤੁਸੀਂ ਨਾਲੇ ਇਹ ਦੇਣੀ ਆ ਫੀਸ। ਏਦਾਂ ਨੀਗਾ ਕਿ ਪਹਿਲਾਂ ਕਿਸੇ 10,000 ਕਿਸੇ ਹੋਰ ਬੈਂਕ 'ਚ ਜਮ੍ਹਾਂ ਕਰਾਓ ਜਾਂ ਕਿਸੇ ਹੋਰ 'ਚ ਕਰਾਓ, ਏਦਾਂ ਦਾ ਕੁਛ ਨਹੀਂ ਹੈਗਾ। ਸੋ ਤੁਸੀਂ ਸਿੱਧਾ ਇੱਥੇ ਆ ਸਕਦੇ ਆ, ਤੁਸੀਂ ਬਾਏ ਸੈਲਫ ਕਰ ਸਕਦੇ ਨਾਲੇ ਇਹ ਸਾਰਾ ਕੁਛ, ਕਿਸੇ ਏਜੰਟ ਦੀ ਵੀ ਤੁਹਾਨੂੰ ਲੋੜ ਨਹੀਂ ਪੈਣੀ, ਹਨਾ। ਠੀਕ ਹੈ। ਤੇ ਮੇਰੇ ਬ੍ਰਦਰ ਨੇ ਬਹੁਤ ਹੈਲਪ ਕੀਤੀ ਸੀ। ਬ੍ਰਦਰ ਮੇਰਾ ਚਲੋ ਉਦੋਂ ਇੰਡੀਆ ਸੀ, ਹੁਣ ਐਕਚੁਅਲੀ ਉਹਦੀ ਵੀ ਮੈਰਿਜ ਹੋ ਗਈ ਸੀਗੀ, ਉਹ ਵੀ ਇੱਥੇ ਡਾਇਰੈਕਟ ਸਿੱਧਾ ਪਰਮਾਨੈਂਟ ਰੈਜ਼ੀਡੈਂਸ ਆਇਆ ਸੀਗਾ, ਉਹ 2017 ਦੇ ਵਿੱਚ ਆਇਆ। ਉਹਨੇ ਮੇਰੀ ਬਹੁਤ ਹੈਲਪ ਕੀਤੀ। ਤੇ ਬਾਕੀ ਹੋਰ ਮੇਰੇ ਯਾਰ ਦੋਸਤ ਜਿਹੜੇ ਸੀਗੇ ਇੱਥੇ, ਜਿਹਨੇ ਮੈਨੂੰ ਦੱਸਿਆ ਸੀਗਾ, ਉਹਨੇ ਮੈਨੂੰ ਮਾੜਾ ਮੋਟਾ ਜਿਹੜਾ ਸੀਗਾ ਗਾਈਡ ਕਰੀ ਗਿਆ, ਬਸ ਆਪਣੇ ਬੇਸ ਤੇ ਇੱਥੇ ਆ ਗਏ। ਸੋ ਸਾਰੇ ਜਿੰਨੇ ਵੀ ਆਪਣੇ ਨੌਜਵਾਨ ਇਹ ਵੀਡੀਓ ਦੇਖ ਰਹੇ ਆ, ਜਿੰਨਾ ਵੀ ਹੋ ਸਕੇ ਪਹਿਲਾਂ ਤਾਂ ਪੜ੍ਹੋ, ਜਿੰਨਾ ਪੜ੍ਹ ਸਕਦੇ ਆ। ਪੜ੍ਹ ਕੇ ਤੁਹਾਡੇ ਕੋਲ ਆਪਸ਼ਨ ਜ਼ਰੂਰ ਹੈਗਾ, ਅਗਰ ਕੈਨੇਡਾ, ਨਿਊਜ਼ੀਲੈਂਡ ਜਾਂ ਆਸਟ੍ਰੇਲੀਆ ਨਹੀਂ ਹੈਗਾ, ਦੈਨ ਯੂਐਸ ਵੀ ਇੱਕ ਹੈਗਾ ਆਪਸ਼ਨ ਕਿ ਤੁਸੀਂ ਇੱਥੇ ਆ ਸਕਦੇ ਆ। ਕਿਉਂਕਿ ਮੈਂ ਵੀ ਬਹੁਤ ਮੱਥਾ ਮਾਰਿਆ ਸੀ, ਮੈਂ ਨਿਊਜ਼ੀਲੈਂਡ, ਕਿਉਂਕਿ ਕੋਈ ਫਾਈਲ ਨਹੀਂ ਸੀ ਫੜਦਾ, ਪਹਿਲਾਂ ਸਾਰਿਆਂ ਨੇ ਕਹਿ ਦੇਣਾ ਕਿ ਤੁਹਾਡੀ ਗੈਪ ਆ, ਸਟੱਡੀ ਦੇ ਵਿੱਚ ਗੈਪ ਆ, ਜਾਂ ਕੋਈ ਹੋਰ ਉਹਨਾਂ ਨੇ ਕੱਢ ਦੇਣਾ ਨਾ। ਤੇ ਯੂਐਸਏ ਲਈ ਮੇਰਾ ਫਸਟ ਜਿਹੜਾ ਵੀਜ਼ਾ ਮੇਰਾ ਯੂਐਸਏ ਦਾ ਲੱਗਾ, ਮੈਂ ਸਟੱਡੀ ਬੇਸ ਤੇ ਸਿੱਧਾ ਇੱਥੇ ਆ ਗਿਆ। ਠੀਕ, ਮੈਂ ਕਹਿਣ ਦਾ ਮਕਸਦ ਇਹ ਆ ਸਿੱਧਾ ਆਪਾਂ, ਕਿਉਂਕਿ ਆਪਣਾ ਚੈਨਲ ਹੈਗਾ ਨਾ, ਆਪਾਂ ਸਿੱਧੀਆਂ ਗੱਲਾਂ ਕਰਦੇ ਆ। ਜੇ ਤੇ ਤੁਸੀਂ ਆ ਕੇ ਇੱਥੇ ਚੈਲੰਜਰਾਂ 'ਚ ਘੁੰਮਣਾ, ਜੋ ਆਪਾਂ ਦੇਖਦੇ ਆ ਭਾਜੀ, ਇਹ ਸੱਚ ਆ, ਹਨਾ, ਇੰਸਟਾਗ੍ਰਾਮ ਤੇ। ਜੇ ਤੁਸੀਂ ਚੈਲੰਜਰਾਂ ਤੇ ਘੁੰਮਣਾ ਜਾਂ ਡਰਿਫਟ ਮਾਰਨੀ ਆ, ਫਿਰ ਅਮਰੀਕਾ ਸਟੂਡੈਂਟਾਂ ਲਈ ਨਹੀਂ ਹੈਗਾ, ਕਿਉਂਕਿ ਇੱਥੇ ਆ ਕੇ ਜਿਹੜਾ ਸੰਘਰਸ਼ ਆ, ਇਹ ਹੋ ਸਕਦਾ ਵੀ ਬਾਕੀ ਜਿਹੜੀਆਂ ਕੰਪੈਰੀਟਿਵਲੀ ਕੰਟਰੀਆਂ ਨੇ ਉਹਨਾਂ ਤੋਂ ਜ਼ਿਆਦਾ ਵਾ, ਤੇ ਤੁਹਾਨੂੰ ਨੀਵੀਂ ਪਾ ਕੇ ਤੇ ਹਨਾ ਵੀ ਉਹ ਭੁੱਲ ਜਾਓ, ਸਟਰਗਲ ਆ ਬੇਸਿਕਲੀ ਜਦ ਤੱਕ। ਤੇ ਜੇ ਤੁਸੀਂ ਇਹ ਸਟਰਗਲ ਕਰਨ ਨੂੰ ਤਿਆਰ ਆ, ਤੇ ਹਨਾ ਨੀਵੀਂ ਪਾ ਕੇ ਬੇਸਿਕਲੀ, ਹਨਾ, ਬੜੀਆਂ ਚੀਜ਼ਾਂ ਵਾ ਜਿਹਦਾ ਤੁਹਾਨੂੰ ਬਲਿਦਾਨ ਇੱਥੇ ਆ ਕੇ ਦੇਣਾ ਪੈਣਾ। ਤੇ ਜੇ ਤੁਸੀਂ ਕਰ ਸਕਦੇ ਆ ਤੇ ਔਰ ਮੈਨੂੰ ਜਿੱਥੋਂ ਤੱਕ ਮੈਨੂੰ ਲੱਗਦਾ, ਹਨਾ, ਹੁਣ ਕੈਨੇਡਾ ਮੋਸਟਲੀ ਆਪਣੇ ਪੰਜਾਬੀ ਸਟੂਡੈਂਟ ਜ਼ਿਆਦਾ ਜਾਂਦੇ, ਤਾਂ ਕਰਕੇ ਸਾਨੂੰ ਲੱਗਦਾ ਵੀ ਸਾਰੇ ਸਟੂਡੈਂਟ ਜਾਣ ਹੀ ਕੈਨੇਡਾ ਡੇ ਆ। ਬਟ ਜੋ ਮੈਂ ਦੇਖਿਆ ਮਾੜਾ ਮੋਟਾ, ਕਿਉਂਕਿ ਹਜੇ ਮੈਨੂੰ ਇਹਦੇ ਬਾਰੇ ਪਰਸਨਲ ਐਕਸਪੀਰੀਅੰਸ ਮੇਰਾ ਕੁਝ ਨਹੀਂ ਹੈਗਾ, ਪਰ ਜਦੋਂ ਵੀ ਮੈਂ ਇੰਡੀਅਨ ਸਟੂਡੈਂਟ ਯੂਐਸਏ 'ਚ ਸੁਣਦਾ ਨਾ, ਤੇ ਉਹ ਹਨਾ ਬੇਸਿਕਲੀ ਨੌਨ ਪੰਜਾਬੀ ਸਪੀਕਿੰਗ ਸਟੇਟਸ 'ਚੋਂ ਹੀ ਹੁੰਦੇ ਆ, ਤੇ ਉਹਨਾਂ ਦਾ ਥੋੜਾ ਜਿਹਾ ਮਾਈਂਡ ਸੈਟ ਆਪਣੇ ਨਾਲੋਂ ਥੋੜਾ ਜਿਹਾ ਡਿਫਰੈਂਟ ਆ। ਇਹ ਗੱਲ ਚਾਹੇ ਕਿਸੇ ਨੂੰ ਕੌੜੀ ਲੱਗੇ ਚਾਹੇ ਸੱਚੀ ਲੱਗੇ, ਇਹ ਸਹੀ ਹੈ ਜੀ, ਬਿਲਕੁਲ ਸਹੀ ਗੱਲ ਹੈ ਜੀ। ਤੇ ਚਲੋ ਭਾਜੀ, ਸ਼ੁਕਰੀਆ ਬਹੁਤ ਬਹੁਤ। ਵੀਡੀਓ ਥੋੜੀ ਜਿਹੀ ਲੰਬੀ ਹੋ ਗਈ, ਬਟ ਇਹ 'ਚ ਕੰਮ ਦੀਆਂ ਗੱਲਾਂ ਸੀ ਸਾਰਿਆਂ ਲਈ, ਤੇ ਹੋ ਸਕਦਾ ਔਰ ਕਈ ਮੇਰੇ ਵੀਰ ਇਹ ਵੀਡੀਓ ਵੇਖ ਕੇ ਵੀ, ਹਨਾ, ਜਿਹੜੇ ਆਪਾਂ ਗੱਲਾਂ ਕਰ ਲਈਆਂ ਨੇ ਉਹੀ ਕੁਐਸਚਨ ਤੁਸੀਂ ਪੁੱਛੀ ਜਾਣੇ ਆ। ਤੇ ਪਲੀਜ਼, ਤੇ ਤੁਸੀਂ ਮਾੜੀ ਮੋਟੀ ਰਿਸਰਚ ਕਰਨੀ ਅਸੀਂ ਆਪ ਵੀ ਸਟਾਰਟ ਕਰੀਏ, ਹਨਾ। ਕੋਈ ਬੰਦਾ ਤੁਹਾਨੂੰ ਸਲਾਹ ਹੀ ਦੇ ਸਕਦਾ, ਉਹ ਸਲਾਹ ਦੇ ਉੱਤੇ ਮਾੜੀ ਮੋਟੀ ਰਿਸਰਚ, ਜਿੱਦਾਂ ਭਾਈ ਨੇ ਦੱਸਿਆ, ਜਿਹੜੀ ਵੈਬਸਾਈਟ ਭਾਈ ਨੇ ਦੱਸੀ, ਆਈ ਥਿੰਕ USCIS.gov ਆ, ਜਿਹੜੀ ਯੂਨਾਈਟਿਡ ਸਟੇਟ ਦੀ, ਹਨਾ, ਵੀਜ਼ੇ ਦੀ, ਉਹਦਾ ਮੈਂ ਲਿੰਕ ਵੀ ਪਾ ਦੂੰਗਾ, ਉਹਨੂੰ ਮੈਂਸ਼ਨ ਵੀ ਕਰ ਦੂੰਗਾ। ਤੇ ਬਾਕੀ ਤੁਸੀਂ ਆਪ ਵੀ ਸੈਲਫ ਸਟੱਡੀ ਕਰੋ। ਇਹ ਵੀਡੀਓ ਦਾ ਮਕਸਦ ਇਹੋ ਸੀ ਵੀ ਕਈ ਲੋਕੀ ਤੋਂ ਸਵਾਲ ਮੇਰੇ ਤੋਂ ਪੁੱਛਦੇ ਸੀ ਕਿ ਭਾਜੀ ਅਸੀਂ US ਸਟੱਡੀ ਵੀਜ਼ੇ ਤੇ ਅਮਰੀਕਾ ਆ ਸਕਦੇ ਹਾਂ, ਤੇ ਮੇਰੇ ਕੋਲ ਜੋ ਜਾਣਕਾਰੀ ਸੀ, ਮੇਰੇ ਕੋਲ ਅਧੂਰੀ ਜਾਣਕਾਰੀ ਸੀ। ਹੁਣ ਆਪਾਂ ਕੋਲ ਇੱਕ ਐਕਸਪੀਰੀਅੰਸਡ ਹੋਲਡਰ, ਹਨਾ, ਉਹਨਾਂ ਨੇ ਆਪਣੀ, ਔਰ ਇਹ ਹੋ ਸਕਦਾ ਉਹਨਾਂ ਨੇ ਆਪਣਾ ਐਕਸਪੀਰੀਅੰਸ ਸ਼ੇਅਰ ਕੀਤਾ। ਕਈ ਵਾਰੀ ਹਰੇਕ ਦਾ ਐਕਸਪੀਰੀਅੰਸ ਥੋੜਾ ਜਿਹਾ ਡਿਫਰੈਂਟ ਹੁੰਦਾ, ਤੇ ਹੋ ਸਕਦਾ ਕੋਈ ਹੋਰ ਵੀ ਵੀਰ ਆਇਆ ਹੋਏ, ਉਹਦਾ ਐਕਸਪੀਰੀਅੰਸ ਥੋੜਾ ਜਿਹਾ ਡਿਫਰੈਂਟ ਹੋਏ। ਤੇ ਇਹ ਆਪਾਂ ਕੋਈ, ਹਨਾ, ਵੀ ਜਿਹੜੀਆਂ ਆਪਾਂ ਗੱਲਾਂ ਕੀਤੀਆਂ ਭਾਈ ਨੇ ਆਪਣੇ ਐਕਸਪੀਰੀਅੰਸ ਦੇ ਆਧਾਰ ਤੇ ਕੀਤੀਆਂ ਵਾ। ਤੇ ਬਾਕੀ ਲਾਈਕ ਆਈ ਸੈਡ, ਤੁਹਾਨੂੰ ਆਪਣੀ ਰਿਸਰਚ ਆਪ ਹੀ ਕਰਨੀ ਪੈਣੀ ਆ। ਤੇ
ਹਾਂਜੀ ਹਾਂਜੀ ਹਾਂਜੀ। ਤੇ ਭਾਈ ਬਹੁਤ ਬਹੁਤ ਸ਼ੁਕਰੀਆ। ਤੇ ਇੱਕ ਗੱਲ ਹੋਰ ਮੈਂ ਪਹਿਲਾਂ ਵੀਡੀਓ 'ਚ ਹੀ ਮੈਂਸ਼ਨ ਕਰ ਦੇਣਾ, ਪਲੀਜ਼ ਭਾਈ ਦਾ ਨਾ ਮੇਰੇ ਕੋਲ ਕੋਈ ਫੋਨ ਨੰਬਰ ਪੁੱਛਿਓ, ਨਾ ਭਾਈ ਦਾ ਕੋਈ ਈਮੇਲ ਐਡਰੈਸ ਪੁੱਛਿਓ। ਤੁਸੀਂ ਇਹ ਯਾਰ ਇੱਕ ਇਹਨਾਂ ਚੀਜ਼ਾਂ ਕਰਕੇ ਹੀ ਬੜੇ ਲੋਕਾਂ ਕੋਲ ਇਨਫੋਰਮੇਸ਼ਨ ਹੈ, ਉਹ ਇਨਫੋਰਮੇਸ਼ਨ ਦੇਣੋਂ ਹਟ ਜਾਂਦੇ ਆ, ਹਨਾ। ਤੁਸੀਂ ਕਈ ਵਾਰੀ ਆਪਾਂ ਬਹੁਤ ਜ਼ਿਆਦਾ ਐਕਸਪੈਕਟ ਕਰ ਲੈਂਦੇ ਆ, ਹਨਾ, ਕਿਸੇ ਤੋਂ, ਤੇ ਆਪਣੀ ਐਕਸਪੈਕਟ ਤੁਸੀਂ ਆਪ ਸੋਚੋ, ਤੁਸੀਂ ਹੁਣ ਵੀ ਜੋ ਵੀ 4-5 ਹਜ਼ਾਰ ਆ, ਅਸੀਂ ਉਹ ਇੱਕ ਬੰਦਾ ਇਕੱਲਾ ਵਾ, ਹਨਾ, ਉਹਨੇ ਅਮਰੀਕਾ ਦੇ ਵਿੱਚ ਹੁਣ ਭਾਜੀ ਨੇ ਸਾਈਡ ਤੇ ਟਰੱਕ ਲਾ ਕੇ 1 ਘੰਟਾ ਕੱਢਿਆ, ਹਨਾ। ਇਹ 1 ਘੰਟਾ ਦੀ ਵੈਲਿਊ ਕੀ ਆ, ਉਹ ਭਾਜੀ ਨੂੰ ਪਤਾ ਤੇ ਮੈਨੂੰ ਪਤਾ, ਜਿਹੜੇ ਆਪਾਂ ਟਰੱਕ ਚਲਾਉਂਦੇ, ਹਨਾ। ਤੁਹਾਨੂੰ ਇਨਫੋਰਮੇਸ਼ਨ ਮਿਲ ਰਹੀ ਆ, ਹਨਾ। ਹੁਣ ਕਿਸੇ ਨੇ ਤੁਹਾਡੇ ਘਰ ਆ ਕੇ, ਹਨਾ, ਤੁਹਾਨੂੰ ਥਾਲੀ 'ਚ ਰੋਟੀ ਪਾ ਕੇ ਨਹੀਂ ਦੇ, ਤੁਹਾਨੂੰ ਮਾੜੀ ਮੋਟੀ ਰਿਸਰਚ ਆਪ ਵੀ ਕਰਨੀ ਪੈਣੀ ਆ। ਤੇ ਦੂਜਾ, ਮੇਰੇ ਹਿਸਾਬ ਆਪਾਂ 100% ਸ਼ੋਰ ਨਹੀਂ ਹੈਗੇ, ਬਟ ਜਿਹੜਾ ਕੁਐਸਚਨ ਆਪਣੇ ਪੰਜਾਬੀਆਂ ਦਾ ਹੁੰਦਾ ਹੀ ਹੁੰਦਾ ਕਿ ਅਸੀਂ US ਸਟੱਡੀ ਵੀਜ਼ੇ ਤੇ ਆ ਕੇ ਟਰੱਕ ਚਲਾ ਸਕਦੇ ਆ, ਮੈਂ 90 ਆਪਾਂ 100% ਨਹੀਂ ਕਹਿੰਦੇ, ਪਰ 90% ਤੱਕ ਉਹਦਾ ਆਨਸਰ ਇਹੋ ਹੀ ਆ, ਤੁਸੀਂ ਨਹੀਂ ਚਲਾ ਸਕਦੇ। ਬਾਅਦ 'ਚ ਤੁਸੀਂ PR H1B ਵੀਜ਼ੇ ਤੇ ਵੀ ਨਹੀਂ ਚਲਾ ਸਕਦੇ। ਭਾਜੀ PR ਨੇ, ਇਸ ਕਰਕੇ ਭਾਜੀ ਟਰੱਕ ਚਲਾ ਪਾ ਰਹੇ ਨੇ। ਤੇ ਜੇ H1B ਦਾ ਜਿਹੜਾ ਉਹ ਕਨਫਰਮ ਨਹੀਂ ਹੈਗਾ, ਪਰ ਅਗਰ ਤੁਸੀਂ ਆਈ ਡੋਂਟ ਨੋ ਨਾ, ਕਿਉਂਕਿ ਮੈਂ ਉਹਦੇ ਵਿੱਚ ਗਿਆ ਹੀ ਨਹੀਂ, ਸੋ ਇਸ ਕਰਕੇ ਮੈਂ ਉਹ ਦੱਸ ਨਹੀਂ ਸਕਿਆ, ਹਨਾ। ਭਾਜੀ ਮੈਨੂੰ ਕਿਉਂਕਿ ਇਹ ਇਸ ਕਰਕੇ ਲੱਗਦਾ, ਕਿਉਂਕਿ ਜਿੱਦਾਂ ਹੁਣ H1B ਦੇ ਵਿੱਚ ਸ਼ਰਤ ਹੀ ਹੈ ਵੀ ਜਿਹੜੀ ਤੁਹਾਡੀ ਫੀਲਡ ਆਫ ਸਟੱਡੀ ਹੈ, ਹਨਾ, ਉਹਦੇ ਰਿਲੇਟਡ ਜੌਬ ਕਰਨੀ ਹੈ। ਤੇ ਟਰੱਕਿੰਗ ਡਰਾਈਵਿੰਗ ਮੈਨੂੰ ਨਹੀਂ ਲੱਗਦਾ ਵੀ ਉਹ ਫੀਲਡ ਆਫ ਸਟੱਡੀ ਆਪਾਂ ਕਿੱਦਾਂ ਤੁਸੀਂ ਪ੍ਰੂਵ ਕਰਾਂਗੇ ਆਪਾਂ, ਹਨਾ ਵੀ। ਤੇ ਪਹਿਲਾਂ ਤਾਂ ਟਰੱਕਿੰਗ ਦੀ ਰਿਕੁਆਇਰਮੈਂਟ ਹੀ ਹੈ ਕਿ ਤੁਹਾਨੂੰ 2 ਸਾਲ ਦਾ ਐਕਸਪੀਰੀਅੰਸ ਚਾਹੀਦਾ। ਤੁਹਾਡੇ ਕੋਲ ਹੁਣ ਹੋਊਗਾ ਹੀ ਪਰਮਿਟ 2 ਸਾਲ ਦਾ, ਤਾਂ ਤੁਸੀਂ ਐਕਸਪੀਰੀਅੰਸ ਕਰੋਗੇ ਜਾਂ ਕਿਸੇ ਹੋਰ ਕੰਪਨੀ 'ਚ ਜੌਬ ਕਰੋਗੇ, ਦੈਨ ਤੁਹਾਨੂੰ ਦੇਣ ਕਿ ਨਾ ਦੇਣ, ਹਨਾ, ਜੌਬ। ਸੋ ਇਹ ਬਟ ਇੰਨਾ ਜ਼ਰੂਰ ਆ ਕਿ ਤੁਸੀਂ ਸਟੱਡੀ ਵੀਜ਼ੇ ਤੇ US ਆ ਸਕਦੇ ਆ। ਹਾਂਜੀ ਹਾਂਜੀ। ਚਲੋ, ਥੈਂਕ ਯੂ ਭਾਜੀ, ਥੈਂਕ ਯੂ ਸੋ ਮਚ। ਤੁਸੀਂ ਟਾਈਮ 'ਚੋਂ ਆਪਣਾ ਟਾਈਮ ਕੱਢਿਆ ਤੇ ਬੜੀਆਂ ਵਧੀਆ ਗੱਲਾਂ ਹੋਈਆਂ। ਵੀਡੀਓ ਲੰਬੀ ਹੋ ਗਈ, ਬਟ ਹੁਣ ਮੈਨੂੰ ਸਾਰੇ ਜਾਣੇ ਕਹਿੰਦੇ ਵੀਡੀਓ ਛੋਟੀ ਕਰੋ, ਛੋਟੀ ਕਰੋ, ਪਰ ਹੁਣ ਮੈਨੂੰ ਨਹੀਂ ਲੱਗਦਾ ਵੀ ਇਹ ਵੀਡੀਓ ਇਤੋਂ ਛੋਟੀ ਕਿੱਦਾਂ ਹੋ ਸਕਦੀ ਸੀ। ਚਲੋ, ਇਹਨੂੰ ਹੋਰ ਲੰਬੀ ਨਾ ਕਰੀਏ। ਤੇ ਥੈਂਕਸ ਅਗੇਨ ਭਾਜੀ, ਤੇ ਆਪਾਂ ਫਿਰ ਕਰਾਂਗੇ ਕਿਸੇ ਦਿਨ ਫੋਨ ਤੇ ਗੱਲਾਂ, ਹੈ। ਥੈਂਕਸ ਫॉर योर टाइम। ਅਗਰ ਕੋਈ ਹੋਊਗੀ ਆਪਾਂ ਦੁਬਾਰਾ ਫੇਰ ਬਣਾ ਲਾਂਗੇ, ਕੋਈ ਗੱਲ ਨਹੀਂ। ਹਾਂ, ਕੋਈ ਐਦਾਂ ਕੁਐਸਚਨ ਹੋਣਗੇ, ਮੀਨਿੰਗਫੁਲ ਕੁਐਸਚਨ, ਹਨਾ, ਪਹਿਲਾਂ ਹੀ ਦੱਸ ਦਿਓ। ਜੇ ਕੋਈ ਮੀਨਿੰਗਫੁਲ ਕੁਐਸਚਨ ਹੋਏਗਾ, ਆਪਾਂ ਉਹਤੇ ਵੀਡੀਓ ਹੋਰ ਬਣਾ ਦਾਂਗੇ। ਜੇ ਕੋਈ ਕਹੇਗਾ ਵੀ ਭਾਜੀ ਮੇਰਾ ਆ ਕੇ ਫਾਰਮ ਭਰ ਦਿਓ, ਆਪਾਂ ਨਹੀਂ ਕਰ ਸਕਦੇ। ਤੇ ਚਲੋ ਭਾਈ, ਸਤਿ ਸ਼੍ਰੀ ਅਕਾਲ। ਥੈਂਕ ਯੂ ਫॉर योर टाइम। ਸਤਿ ਸ਼੍ਰੀ ਅਕਾਲ ਭਾਈ। ਹਾਂਜੀ, ਜਿਹੜੀ ਤੁਸੀਂ ਹੁਣੇ ਵੀਡੀਓ ਦੇਖ ਕੇ ਹਟੇ ਆ, ਸਭ ਤੋਂ ਪਹਿਲਾਂ ਤੇ ਥੈਂਕ ਯੂ ਸੋ ਮਚ ਗਗਨ ਵੀਰੇ, ਤੁਸੀਂ ਆਪਣੇ ਟਾਈਮ 'ਚੋਂ ਟਾਈਮ ਕੱਢਿਆ ਤੇ ਤੁਸੀਂ ਆਪਣੀ ਐਕਸਪੀਰੀਅੰਸ ਸਾਰਿਆਂ ਨਾਲ ਸ਼ੇਅਰ ਕੀਤਾ। ਤੇ ਜਿਹੜੇ ਮੇਰੇ ਵੀਰ ਨਵੇਂ ਜੁੜੇ ਨੇ ਚੈਨਲ ਨਾਲ, ਹਨਾ, ਉਹਨਾਂ ਨੂੰ ਮੈਂ ਦੱਸ ਦਿੰਦਾ ਵੀ ਇਹ ਚੈਨਲ ਤਾਂ ਹੈਗਾ ਟਰੱਕ ਵਲੌਗਸ ਵਾਲਾ, ਬਟ ਮੇਰੀ ਕੋਸ਼ਿਸ਼ ਰਹਿੰਦੀ ਹੈ ਕਿ ਹਰ ਦੂਸਰੀ ਤੀਸਰੀ ਵੀਡੀਓ ਕੋਈ ਇੱਦਾਂ ਦੇ ਵਿਸ਼ੇ ਦੇ ਉੱਤੇ, ਹਨਾ, ਨਿਰਧਾਰਿਤ ਹੋਵੇ ਜਿਹਦੇ ਨਾਲ, ਹਨਾ, ਕੋਈ ਆਪਾਂ ਇਨਫੋਰਮੇਸ਼ਨ ਜਾਂ ਕੋਈ ਨੌਲੇਜ ਇੱਕ ਦੂਜੇ ਨਾਲ ਸਾਂਝੀ ਕਰ ਸਕੀਏ। ਤੇ ਜਿਹੜੇ ਵੀ ਵੀਰਾਂ ਨੇ ਹਜੇ ਤੱਕ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ, ਪਲੀਜ਼ ਗੋ ਹੈਡ ਐਂਡ ਹਿੱਟ ਦ ਸਬਸਕ੍ਰਾਈਬ ਬਟਨ। ਇਹਦੇ ਨਾਲ ਮੇਰਾ ਵੀ ਹੌਸਲਾ ਵੱਧਦਾ ਵਾ ਤੇ ਹੋਰ ਵੀਡੀਓਜ਼ ਪਾਉਣ ਨੂੰ, ਹਨਾ, ਵੀ ਮੈਨੂੰ ਵੀ ਉਤਸ਼ਾਹ ਮਿਲਦਾ ਵਾ। ਤੇ ਥੈਂਕਸ ਅਗੇਨ ਜਿਨ੍ਹਾਂ ਨੇ ਵੀਡੀਓ ਦੇਖੀ ਆ, ਤੇ ਵਿਲ ਸੀ ਯੂ ਗਾਇਸ ਨੈਕਸਟ ਟਾਈਮ। ਅੰਟਿਲ ਦੈਨ, ਟੇਕ ਕੇਅਰ, ਗੋਡ ਬਲੈਸ ਯੂ ਆਲ, ਐਂਡ ਰੱਬ ਰੱਖਾ ਜੀ।